सत श्री अकाल जी। आप सारिਆਂ ਦਾ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ। ਸੋ ਅੱਜ ਜਿਹੜੀ ਆਪਾਂ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ, ਇਸ ਵਿੱਚ ਕਰਾਂਗੇ ਆਪਾਂ ਜੀਕੇ ਦੇ 1000 ਪਲੱਸ ਕੁਐਸਚਨਸ। ਇਹ ਸੀਰੀਜ਼ ਆਉਣ ਵਾਲੇ ਜਿਹੜੇ ਵੀ ਪੰਜਾਬ ਦੇ ਐਗਜ਼ਾਮਸ ਨੇ, ਭਾਵੇਂ ਉਹ PSSB ਦਾ ਐਗਜ਼ਾਮ ਹੋਵੇ, PSPCL ਕਲਰਕ ਦਾ ਐਗਜ਼ਾਮ ਹੋਵੇ, FCI ਦਾ ਐਗਜ਼ਾਮ ਹੋਵੇ, ਜਾਂ ਕੋਈ ਵੀ ਆਉਣ ਵਾਲਾ ਪੰਜਾਬ ਦਾ ਐਗਜ਼ਾਮ ਹੋਵੇ, ਜੀਕੇ ਦਾ ਕੋਈ ਵੀ ਕੁਐਸਚਨ ਇਸ ਸੀਰੀਜ਼ ਵਿੱਚੋਂ ਬਾਹਰ ਨਹੀਂ ਜਾਏਗਾ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਜਿਹੜਾ ਵੀ ਪੰਜਾਬ ਦਾ ਐਗਜ਼ਾਮ ਹੁੰਦਾ ਹੈ, ਜਿੰਨੀ ਵੀ ਜੀਕੇ ਹੁੰਦੀ ਹੈ, ਉਹ ਸਾਰੀ ਕਿਹੜੀ ਜੀਕੇ ਪਾ ਰਹੇ ਨੇ, ਜਿਹੜੀ ਪੁਰਾਣੇ ਪੇਪਰਾਂ ਵਿੱਚ ਆਈ ਹੋਈ ਹੈ। 10 ਵਿੱਚੋਂ ਸਿਰਫ 1 ਜਾਂ 2 ਕੁਐਸਚਨ ਹੁੰਦੇ ਨੇ ਜਿਹੜੇ ਨਵੇਂ ਹੁੰਦੇ ਨੇ, 9 ਕੁਐਸਚਨ ਜਿਹੜੇ ਹੁੰਦੇ ਨੇ ਉਹ ਪੁਰਾਣੇ ਹੀ ਲਏ ਜਾਂਦੇ ਨੇ। ਸੋ ਜਿੰਨੇ ਵੀ ਪੰਜਾਬ ਦੇ ਅੱਜ ਤੱਕ ਪ੍ਰੀਵੀਅਸ ਈਅਰ ਹੋਏ ਨੇ, ਉਹ ਸਾਰਿਆਂ ਵਿੱਚੋਂ ਬੈਸਟ ਚੁਣਿੰਦਾ ਕੁਐਸਚਨਸ ਤੁਹਾਡੇ ਲਈ ਲੈ ਕੇ ਆਏ ਹਾਂ। ਅਤੇ ਇਹਦੇ ਨਾਲ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਹੈ ਕਿ ਜੋ ਆਪਾਂ ਹੁਣ ਕੁਐਸਚਨਸ ਕਰਾਂਗੇ, ਇਹ ਸਾਰਿਆਂ ਦੀ PDF ਆਪਣੇ ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ ਕੁਛ ਦਿਨਾਂ ਬਾਅਦ ਮਿਲ ਜਾਏਗੀ ਵਿਦ ਆਨਸਰ ਕੀ। ਸੋ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਅਤੇ ਇਹਦੇ ਵਿੱਚ ਤੁਸੀਂ ਦੱਸਣਾ ਵੀ ਹੈ ਮੈਨੂੰ ਐਂਡ 'ਤੇ ਕਮੈਂਟ ਕਰਕੇ ਕਿ ਕਿਹਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆਏ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਨੋਟ ਕਰ ਲਓ, ਇਹ ਜਿਹੜੀ ਵੀਡੀਓ ਹੈ ਇਕੱਠੇ 1000 ਕੁਐਸਚਨ ਨਹੀਂ ਆਉਣਗੇ। ਆਪਾਂ ਇਹਨੂੰ 100, 150, 125 ਕੁਐਸਚਨਸ ਦੇ ਕਰਕੇ ਪਾਰਟਸ ਵਿੱਚ ਲੈ ਕੇ ਆਵਾਂਗੇ ਅਤੇ ਐਂਡ 'ਤੇ ਪੂਰੀ ਕੰਬਾਈਨਡ ਵੀਡੀਓ ਵੀ ਤੁਹਾਡੇ ਲਈ YouTube 'ਤੇ ਪਾ ਦਾਂਗੇ, ਸੋ ਦੈਟ ਤੁਹਾਨੂੰ ਰਿਵਾਈਜ਼ ਕਰਨਾ ਈਜ਼ੀ ਰਹੇ। ਚਲੋ ਜੀ, ਹੁਣ ਵੀਡੀਓ ਸਟਾਰਟ ਕਰਦੇ ਹਾਂ। ਸੋ ਸਟਾਰਟ ਕਰਦੇ ਹਾਂ ਜੀ। ਅੱਜ ਦਾ ਪਹਿਲਾ ਕੁਐਸਚਨ ਕਹਿੰਦੇ ਜੀ, ਤੁਲਸੀਦਾਸ ਦ ਆਥਰ ਆਫ ਰਾਮਚਰਿਤ੍ਰ ਮਾਨਸ ਵਾਜ਼ ਅ ਕੰਟੈਂਪਰੇਰੀ ਆਫ ਵਿਚ ਆਫ ਦ ਫੋਲੋਇੰਗ ਰੂਲਰ। ਕਹਿੰਦੇ ਜੀ ਜੋ ਤੁਲਸੀਦਾਸ ਜੀ ਸੀ, ਜਿਨ੍ਹਾਂ ਨੇ ਰਾਮਚਰਿਤ੍ਰ ਮਾਨਸ ਲਿਖੀ ਸੀ, ਉਹ ਕਿਸ ਰਾਜੇ ਦੇ ਸਮੇਂ ਸੀ? ਉਹ ਸੀ ਜੀ ਆਪਣੇ ਕੋਲ ਅਕਬਰ ਦੇ ਸਮੇਂ। ਠੀਕ ਹੈ ਜੀ, ਇਹ ਆ ਗਈ ਆਪਣੀ ਆਪਸ਼ਨ ਏ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਾਟ ਡਜ਼ ਦ ਟਰਮ ਨਾਬਾਰਡ ਸਟੈਂਡ ਫॉर। ਕਹਿੰਦੇ ਜੀ ਨਾਬਾਰਡ ਦੀ ਫੁੱਲ ਫॉर्म ਆਪਣੇ ਕੋਲ ਕੀ ਹੈ? ਇੱਥੇ ਆਪਣੇ ਕੋਲ ਆਪਸ਼ਨ B ਹੈ ਜੀ। ਕਹਿੰਦੇ ਜੀ ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ ਵੀ ਪੁੱਛ ਲੈਂਦੇ ਨੇ ਨਾਬਾਰਡ ਦੀ ਸਥਾਪਨਾ ਕਦੋਂ ਹੋਈ। ਨਾਬਾਰਡ ਦੀ ਸਥਾਪਨਾ ਹੋਈ ਜੀ ਆਪਣੇ ਕੋਲ 1982 ਦੇ ਵਿੱਚ। ਠੀਕ ਹੈ ਜੀ, ਇੰਦਰਾ ਗਾਂਧੀ ਜੀ ਦੇ ਟਾਈਮ 'ਤੇ ਇਹਦੀ ਸਥਾਪਨਾ ਹੋਈ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਅਪਾਰਟ ਫਰੋਮ ਇੰਡੀਆ ਵਿਚ ਆਫ ਦ ਫੋਲੋਇੰਗ ਕੰਟਰੀ ਸੈਲੀਬ੍ਰੇਟ ਇਟਸ ਇੰਡੀਪੈਂਡੈਂਸ ਡੇ ਔਨ ਅਗਸਤ 15। ਕਹਿੰਦੇ ਜੀ ਇੰਡੀਆ ਤੋਂ ਇਲਾਵਾ ਕਿਹੜਾ ਦੇਸ਼ ਹੈ ਜਿਹੜਾ 15 ਅਗਸਤ ਨੂੰ ਆਪਣਾ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਦਾ ਹੈ? ਉਹ ਦੇਸ਼ ਹੈ ਜੀ ਕੋਂਗੋ। ਇਹਨੂੰ ਬੋਲਿਆ ਜਾਂਦਾ ਰਿਪਬਲਿਕ ਆਫ ਕੋਂਗੋ ਵੀ ਬੋਲਿਆ ਜਾਂਦਾ ਹੈ। ਇੱਥੇ ਆਪਣਾ ਆਪਸ਼ਨ ਕੀ ਹੋ ਜਾਏਗਾ ਜੀ? ਆਪਸ਼ਨ D। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਜ਼ਫਰਨਾਮਾ ਵਾਜ਼ ਅ ਲੈਟਰ ਰਿਟਨ ਟੂ ਮੁਗਲ ਐਂਪਰਰ ਬਾਈ ਵਿਚ ਆਫ ਦ ਫੋਲੋਇੰਗ ਗੁਰੂ। ਆਪਾਂ ਨੂੰ ਪਤਾ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਇੱਕ ਬੁੱਕ ਲਿਖੀ ਸੀ, ਠੀਕ ਹੈ ਜੀ, ਔਰੰਗਜ਼ੇਬ ਨੂੰ। ਅਤੇ ਉਹ ਕਿਹਨਾਂ ਨੇ ਲਿਖੀ ਸੀ, ਇਹੀ ਉਹਨਾਂ ਨੇ ਪੁੱਛਿਆ। ਸੋ ਇਹਦੀ ਆਪਸ਼ਨ ਆਪਣੇ ਕੋਲ ਬਣ ਜਾਏਗਾ ਆਪਸ਼ਨ C, ਗੁਰੂ ਗੋਬਿੰਦ ਸਿੰਘ ਜੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਫਰੋਮ ਦ ਫੋਲੋਇੰਗ ਸਟੇਟਸ ਆਫ ਇੰਡੀਆ ਦ ਡਾਂਸ ਮੋਹਿਨੀਅਟਮ। ਮੋਹਿਨੀਅਟਮ ਇਹ ਕਿੱਥੋਂ ਦਾ ਡਾਂਸ ਹੈ? ਇਹ ਜਿਹੜਾ ਮੋਹਿਨੀਅਟਮ ਡਾਂਸ ਹੈ ਜੀ, ਇਹ ਆਪਣੇ ਕੋਲ ਹੈਗਾ ਜੀ ਕੇਰਲਾ ਦਾ। ਉਮੀਦ ਕਰਦਾ ਤੁਹਾਨੂੰ ਕੁਐਸਚਨਸ ਅੱਛੇ ਆ ਰਹੇ ਲੱਗ ਰਹੇ ਹੋਣਗੇ। ਚਲਦੇ ਹਾਂ ਜੀ ਅੱਗੇ। ਇਹ ਹੁਣ ਆਪਣੇ ਕੋਲ ਇੱਕ ਅਗਲਾ ਪੇਪਰ, ਉਹਦੇ ਕੁਐਸਚਨ ਸਟਾਰਟ ਹੋ ਗਏ ਨੇ। ਕਹਿੰਦੇ ਜੀ ਇਨ ਰੇਲਵੇ ਟਰੈਕਸ ਅ ਸਮੋਲ ਗੈਪ ਇਜ਼ ਲੈਫਟ ਟੂ ਰੇਲਸ। ਕਹਿੰਦੇ ਦੇਖੋ ਤੁਸੀਂ ਅਕਸਰ ਦੇਖਿਆ ਹੋਏਗਾ, ਜਦੋਂ ਤੁਸੀਂ ਟ੍ਰੇਨ ਦੀਆਂ ਪਟਰੀਆਂ ਦੇਖੋ, 2 ਪਟਰੀਆਂ ਲਗਾਈਆਂ ਹੁੰਦੀਆਂ, ਉਹਨਾਂ ਦੇ ਵਿੱਚ ਹਲਕਾ ਜਿਹਾ ਗੈਪ ਛੱਡਿਆ ਹੁੰਦਾ। ਹੁਣ ਉਹ ਹਲਕਾ ਜਿਹਾ ਗੈਪ ਕਿਉਂ ਛੱਡਿਆ ਹੁੰਦਾ ਹੈ? ਆਪਾਂ ਨੂੰ ਪਤਾ ਕੋਈ ਵੀ ਮੈਟਲ ਹੁੰਦਾ ਉਹ ਹੀਟ ਦੇ ਨਾਲ ਐਕਸਪੈਂਡ ਕਰਦਾ। ਸੋ ਅਗਰ ਥੋੜ੍ਹੀਆਂ ਜਿਹੀਆਂ ਪਟਰੀਆਂ ਗਰਮੀ ਕਰਕੇ ਐਕਸਪੈਂਡ ਵੀ ਕਰਨ, ਤਾਂ ਜਿਹੜੀ ਉਹਨਾਂ ਦੀ ਕੌਨਫੀਗਰੇਸ਼ਨ ਹੈ, ਜਿਹੜੀ ਉਹ ਇੱਕ ਲਾਈਨ ਦੇ ਵਿੱਚ ਉਹ ਚੀਜ਼ ਖਰਾਬ ਨਾ ਹੋਵੇ। ਸੋ ਇੱਥੇ ਆ ਜਾਏਗਾ ਜੀ ਆਪਣੇ ਕੋਲ ਆਪਸ਼ਨ A। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦੇਸ਼ ਬੰਧੂ ਟਾਈਟਲ ਵਾਜ਼ ਗਿਵਨ ਟੂ। ਕਹਿੰਦੇ ਦੇਸ਼ ਬੰਧੂ ਟਾਈਟਲ ਕਿਹਨਾਂ ਨੂੰ ਦਿੱਤਾ ਗਿਆ? ਇਹ ਜਿਹੜਾ ਦੇਸ਼ ਬੰਧੂ ਟਾਈਟਲ ਸੀ, ਇਹ ਦਿੱਤਾ ਗਿਆ ਸੀ ਜੀ CR ਦਾਸ ਜੀ ਨੂੰ। ਇਹਨਾਂ ਨੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਅਤੇ CR ਦਾਸ ਜੀ ਨੂੰ ਦੇਸ਼ ਬੰਧੂ ਕਿਉਂ ਕਿਹਾ ਜਾਂਦਾ ਹੈ? ਦੇਸ਼ ਬੰਧੂ ਦਾ ਅਰਥ ਹੁੰਦਾ ਜੀ ਫਰੈਂਡ ਆਫ ਨੇਸ਼ਨ, ਆਪਣੇ ਨੇਸ਼ਨ ਦਾ ਦੋਸਤ। ਸੋ ਇਹਨੂੰ ਯਾਦ ਰੱਖ ਲੈਣਾ, ਅੱਛਾ ਕੁਐਸਚਨ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਪੇਅਰ ਇਜ਼ ਇਨਕਰੈਕਟ। ਹੁਣ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਪੇਅਰ ਇਨਕਰੈਕਟ ਹੈ? ਪਹਿਲਾਂ ਦੇਖਦੇ ਹਾਂ। ਕਹਿੰਦੇ ਜੀ ਸਾਨੀਆ ਮਿਰਜ਼ਾ ਬੈਡਮਿੰਟਨ। ਦੇਖੋ ਪਹਿਲਾਂ ਹੀ ਇੱਥੇ ਗਲਤ ਆ ਗਿਆ ਆਪਣੇ ਕੋਲ। ਜਿਹੜੀ ਸਾਨੀਆ ਮਿਰਜ਼ਾ ਸੀ, ਇਹ ਸੀ ਟੈਨਿਸ ਦੇ ਲਈ ਸੀ, ਨਹੀਂ ਹੁਣ ਵੀ ਹੈਗੇ ਨੇ। ਸਾਨੀਆ ਮਿਰਜ਼ਾ ਦੀ ਟੈਨਿਸ ਖੇਡਦੇ ਨੇ। ਬਾਕੀ ਸਾਰੇ ਕੀ ਨੇ? ਕਰੈਕਟ ਨੇ। ਦੇਖ ਸਕਦੇ ਹੋ ਜੀਵ ਸਿੰਘ ਮਿਲਖਾ ਗੋਲਫ ਲਈ, ਇਰਫਾਨ ਪਠਾਨ ਕ੍ਰਿਕਟ ਲਈ, ਅਭਿਨਵ ਬਿੰਦਰਾ ਸ਼ੂਟਿੰਗ ਲਈ। ਚਲਦੇ ਹਾਂ ਜੀ ਅੱਗੇ। ਅਗਲਾ ਕੁਐਸਚਨ ਆ ਗਿਆ। ਕਹਿੰਦੇ ਇਨ ਵਿਚ ਡਿਸਟ੍ਰਿਕਟ ਹਰੀਕੇ ਲੇਕ
ਅ ਫੇਮਸ ਵੈਟਲੈਂਡ ਐਂਡ ਵਾਈਲਡ ਲਾਈਫ ਸੈਂਚੁਰੀ ਇਜ਼ ਸਿਚੁਏਟਡ। ਕਹਿੰਦੇ ਜੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਪੰਜਾਬ ਦੀ ਫੇਮਸ ਵੈਟਲੈਂਡ ਹੈ ਹਰੀਕੇ ਪੱਤਨ, ਇਹ ਹਰੀਕੇ ਲੇਕ ਹੈ, ਕਿੱਥੇ ਸਿਚੁਏਟਡ ਹੈ ਜੀ? ਇਹ ਆਪਣੇ ਕੋਲ ਸਿਚੁਏਟਡ ਹੈ ਜੀ ਆਪਸ਼ਨ ਏ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ। ਚਲਦੇ ਹਾਂ ਜੀ ਅੱਗੇ। ਕਹਿੰਦੇ ਆਪਣੇ ਕੋਲ ਕੁਐਸਚਨ ਆਇਆ, ਕਹਿੰਦੇ ਵਿਚ ਆਫ ਦ ਫੋਲੋਇੰਗ ਪਰਸਨੈਲਿਟੀਜ਼ ਇਜ਼ ਕਾਲਡ ਬੀਅਰਡਡ ਮਦਰ ਟੈਰੇਸਾ। ਕਹਿੰਦੇ ਜੀ ਦਾੜੀ ਵਾਲੀ ਮਦਰ ਟੈਰੇਸਾ ਕਿਹਨਾਂ ਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਜੀ ਭਗਤ ਪੂਰਨ ਸਿੰਘ ਨੂੰ। ਜਿਵੇਂ ਆਪਾਂ ਜਾਣਦੇ ਹਾਂ ਮਦਰ ਟੈਰੇਸਾ ਜੀ ਬਹੁਤ ਸਾਰੇ ਕੰਮ ਕਰਦੇ ਸੀ ਹਿਊਮੈਨਿਟੀ ਨੂੰ ਲੈ ਕੇ, ਇਨਸਾਨੀਅਤ ਨੂੰ ਲੈ ਕੇ। ਉਸੇ ਤਰ੍ਹਾਂ ਭਗਤ ਪੂਰਨ ਸਿੰਘ ਜੀ ਨੇ ਵੀ ਬਹੁਤ ਸਾਰੇ ਇਨਸਾਨੀਅਤ ਦੇ ਕੰਮ ਕੀਤੇ ਨੇ। ਬੜਾ ਫੇਮਸ ਜਿਹੜਾ ਪਿੰਗਲਵਾੜਾ ਅੰਮ੍ਰਿਤਸਰ ਦੇ ਵਿੱਚ ਉਸ ਦੀ ਕਹਿ ਲਓ ਜਿਹੜੀ ਫਾਊਂਡੇਸ਼ਨ ਕੀਤੀ ਸੀ ਉਹ ਭਗਤ ਪੂਰਨ ਸਿੰਘ ਜੀ ਨੇ ਕੀਤੀ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਯੰਗੈਸਟ ਪਰਸਨ ਟੂ ਵਿਨ ਸਾਹਿਤ ਅਕੈਡਮੀ ਅਵਾਰਡ। ਕਹਿੰਦੇ ਕੌਣ ਸੀ ਜਿਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ? ਇਹ ਸੀ ਜੀ ਆਪਣੇ ਬੜੇ ਹੀ ਮਾਣਯੋਗ ਸ਼ਿਵ ਕੁਮਾਰ ਬਟਾਲਵੀ ਜੀ। ਕਿਹੜੀ ਚੀਜ਼ ਲਈ ਮਿਲਿਆ ਸੀ? ਇਹ ਮਿਲਿਆ ਸੀ ਜੀ ਉਹਨਾਂ ਦੀ ਕਿਤਾਬ ਲੂਣਾ ਲਈ। ਲੂਣਾ ਰਚਨਾ ਸੀ ਉਹਨਾਂ ਦੀ, ਉਹਨਾਂ ਲਈ ਉਹਨਾਂ ਨੂੰ ਮਿਲਿਆ ਸੀ ਜੀ ਸਾਹਿਤ ਅਕੈਡਮੀ ਅਵਾਰਡ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਲਾਈਨ ਡਿਵਾਈਡਸ ਇੰਡੀਆ ਇਨਟੂ 2 ਨੀਅਰ ਇਕੁਅਲ ਪਾਰਟ। ਕਹਿੰਦੇ ਕਿਹੜੀ ਲਾਈਨ ਹੈ ਜੀ ਜਿਹੜੀ ਇੰਡੀਆ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ? ਜੇ ਆਪਣਾ ਇੰਡੀਆ ਜੀ ਇੱਥੋਂ ਇੱਕ ਲਾਈਨ ਕ੍ਰੋਸ ਕਰਦੀ ਹੈ ਇਸ ਤਰ੍ਹਾਂ ਉੱਪਰ ਦਾ ਵੀ ਸਾਰਾ ਪੋਰਸ਼ਨ, ਤੇ ਇਹ ਆਪਣੇ ਕੋਲ ਆ ਜਾਂਦਾ ਜੀ, ਇਸ ਲਾਈਨ ਨੂੰ ਬੋਲਦੇ ਨੇ ਟ੍ਰੋਪਿਕ ਆਫ ਕੈਂਸਰ। ਆਪਸ਼ਨ ਏ ਇੱਥੇ ਆਪਣੀ ਬਣ ਜਾਏਗੀ ਟ੍ਰੋਪਿਕ ਆਫ ਕੈਂਸਰ। ਅੱਗੇ ਚਲਦੇ ਹਾਂ ਜੀ। ਕਹਿੰਦੇ ਵਿਚ ਆਫ ਦ ਫੋਲੋਇੰਗ ਆਰ ਯੰਗ ਫੋਲਡ ਮਾਊਂਟੇਨਸ। ਇਹਨਾਂ ਵਿੱਚੋਂ ਕਿਹੜੀਆਂ ਯੰਗ ਫੋਲਡ ਮਾਊਂਟੇਨਸ ਨੇ? ਦੇਖੋ ਜੀ ਜਿਹੜੇ ਹਿਮਾਲਿਆ ਨੇ ਨਾ ਇਹ ਸਭ ਤੋਂ ਜਿਹੜੇ ਯੰਗ ਫੋਲਡ ਮਾਊਂਟੇਨ ਨੇ। ਫੋਲਡ ਮਾਊਂਟੇਨ ਕੀ ਹੁੰਦੀ ਹੈ? ਇੱਕ ਮਾਊਂਟੇਨਸ ਦੀ ਟਾਈਪ ਹੈ। ਸੋ ਇੱਥੇ ਆਪਣਾ ਸਹੀ ਉੱਤਰ ਕੀ ਬਣ ਜਾਏਗਾ ਜੀ? ਹਿਮਾਲਿਆਸ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਵਿਚ ਆਫ ਦ ਫੋਲੋਇੰਗ ਇਜ਼ ਦ ਹਾਈਐਸਟ ਪੀਕ ਇਨ ਇੰਡੀਆ। ਹੁਣ ਇੱਥੇ ਅਕਸਰ ਬੱਚੇ ਕਨਫਿਊਜ਼ ਹੁੰਦੇ ਨੇ। ਇੰਡੀਆ ਦੀ ਹਾਈਐਸਟ ਪੀਕ ਹੈ ਜੀ ਮਾਊਂਟ ਕੰਚਨਜੰਗਾ। ਠੀਕ ਹੈ ਜੀ। ਕੁਛ ਲੋਕ ਮਾਊਂਟ ਐਵਰੈਸਟ ਵੀ ਸੋਚਦੇ ਨੇ, ਮਾਊਂਟ ਐਵਰੈਸਟ ਨਹੀਂ ਹੈ, ਮਾਊਂਟ ਐਵਰੈਸਟ ਨੇਪਾਲ ਦਾ ਹਿੱਸਾ ਹੈ। ਸੋ ਇੱਥੇ ਆਪਣਾ ਕਰੈਕਟ ਆਨਸਰ ਕੀ ਬਣ ਗਿਆ? ਆਪਸ਼ਨ ਬੀ ਮਾਊਂਟ ਕੰਚਨਜੰਗਾ। ਚਲਦੇ ਹਾਂ ਜੀ ਅੱਗੇ। ਅਗਲਾ ਅੱਛਾ ਕੁਐਸਚਨ ਹੈ ਜਿਓਗ੍ਰਾਫੀ ਦੇ ਵਿੱਚੋਂ। ਕਹਿੰਦੇ ਦ ਸਨ ਰਾਈਜ਼ਿਸ 2 ਆਰ ਅਰਲੀਅਰ ਇਨ ਦ ਅਰੁਣਾਚਲ ਪ੍ਰਦੇਸ਼ ਐਜ਼ ਕੰਪੇਅਰ ਟੂ ਗੁਜਰਾਤ। what time will be what show in Gujarat if it is 6 AM in ਅਰੁਣਾਚਲ ਪ੍ਰਦੇਸ਼। ਕਹਿੰਦੇ ਜੀ ਆਪਾਂ ਨੂੰ ਪਤਾ ਜਿਵੇਂ ਅਰੁਣਾਚਲ ਪ੍ਰਦੇਸ਼ ਦੇ ਵਿੱਚ 2 ਘੰਟੇ ਪਹਿਲਾਂ ਸੂਰਜ ਉੱਗ ਜਾਂਦਾ ਗੁਜਰਾਤ ਨਾਲੋਂ, ਤੇ ਕਹਿੰਦੇ ਜੇ ਅਰੁਣਾਚਲ ਪ੍ਰਦੇਸ਼ ਵਿੱਚ 6 ਵਜੇ ਨੇ ਤੇ ਗੁਜਰਾਤ ਵਿੱਚ ਕਿੰਨੇ ਵਜੇ ਹੋਣਗੇ? ਯਾਦ ਰੱਖਣਾ ਜੀ ਇੰਡੀਆ ਵਿੱਚ ਜੇ ਕਿਤੇ ਵੀ ਮੰਨ ਲਓ 6 ਵਜੇ ਨੇ ਤੇ ਹਰ ਜਗ੍ਹਾ 6 ਵੱਜਣਗੇ। ਸੋ ਕਰੈਕਟ ਆਪਸ਼ਨ ਹੈ 6। ਇੰਡੀਆ ਦੇ ਵਿੱਚ ਇਹਨੂੰ ਬੋਲਿਆ ਜਾਂਦਾ ਟਾਈਮ ਜ਼ੋਨ। ਇੰਡੀਆ ਦੇ ਵਿੱਚ ਇੱਕੋ ਹੀ ਟਾਈਮ ਜ਼ੋਨ ਹੈ ਸਾਰੇ ਭਾਰਤ ਦੇ ਵਿੱਚ। ਜਿਹੜਾ ਆਪਣੇ ਇੱਕ ਮੱਧ ਵਿੱਚੋਂ ਰੇਖਾ ਗੁਜ਼ਰਦੀ ਹੈ ਉਹ ਐਗਜ਼ੈਕਟ 82 ਡਿਗਰੀ ਤੇ 40 ਉਹਦੀ ਮਿੰਟ ਹੈਗੀ ਹੈ, ਪੂਰੀ ਉਹਦੀ ਰੇਂਜ ਹੈ ਜਿਹੜੀ, ਤੇ ਉਹਨੂੰ ਆਪਾਂ ਮੰਨਿਆ ਗਿਆ ਆਪਣਾ ਫਿਕਸ ਟਾਈਮ। ਜੋ ਟਾਈਮ ਉਸ ਰੇਖਾ 'ਤੇ ਹੋਏਗਾ ਉਹੀ ਟਾਈਮ ਹੈ ਜਿਹੜਾ ਪੂਰੇ ਭਾਰਤ ਦੇ ਵਿੱਚ ਮੰਨਿਆ ਜਾਏਗਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦ ਫੋਲੋਇੰਗ ਆਈਲੈਂਡ ਆਰ ਕੋਰਲ ਆਈਲੈਂਡ। ਕਹਿੰਦੇ ਜੀ ਕਿਹੜੇ ਟਾਪੂ ਨੂੰ ਕੋਰਲ ਆਈਲੈਂਡ ਕਿਹਾ ਜਾਂਦਾ? ਕੋਰਲ ਆਈਲੈਂਡ, ਕੋਰਲ ਇੱਕ ਜੀਵ ਹੁੰਦਾ, ਉਹ ਜੀਵ ਦੇ ਨਿੱਕੇ ਨਿੱਕੇ ਟੁਕੜੇ ਨੀਚੇ ਮਿਲਦੇ ਜਾਂਦੇ ਨੇ ਤੇ ਉਹਦੇ ਤੋਂ ਇੱਕ ਪੂਰਾ ਧਰਾਤਲ ਬਣਦਾ। ਉਹ ਕਿਹੜੇ ਜੀਵ ਹੁੰਦੇ ਨੇ? ਉਹ ਕੋਰਲ ਜੀਵ ਹੁੰਦੇ ਨੇ। ਉਹ ਆਈਲੈਂਡ ਕਿਹੜਾ ਆਪਣੇ ਇੰਡੀਆ ਦਾ? ਉਹ ਹੈਗਾ ਜੀ ਆਪਣੇ ਕੋਲ ਇੱਥੇ ਆਪਸ਼ਨ ਏ ਲਕਸ਼ਦੀਪ। ਲਕਸ਼ਦੀਪ ਨੂੰ ਕੋਰਲ ਆਈਲੈਂਡ ਵੀ ਬੋਲਿਆ ਜਾਂਦਾ। ਆ ਗਿਆ ਜੀ ਆਪਣੇ ਕੋਲ ਅਗਲਾ ਕੁਐਸਚਨ। ਕਹਿੰਦੇ ਜੀ ਹੂ ਵਾਜ਼ ਦ ਫਸਟ ਗਵਰਨਰ ਜਨਰਲ ਆਫ ਇੰਡੀਪੈਂਡੈਂਟ ਇੰਡੀਆ। ਹੁਣ ਇਹ ਕੁਐਸਚਨ ਨੂੰ ਬੜੇ ਧਿਆਨ ਨਾਲ ਦੇਖਣਾ ਹੈ। ਉਹਨਾਂ ਨੇ ਪੁੱਛਿਆ ਫਸਟ ਗਵਰਨਰ ਜਨਰਲ, ਇਹ ਸੀ ਜੀ ਆਪਣੇ ਕੋਲ ਲਾਰਡ ਮਾਊਂਟਬੈਟਨ। ਅਗਰ ਇੱਥੇ ਪੁੱਛ ਲੈਂਦੇ ਫਸਟ ਇੰਡੀਅਨ ਗਵਰਨਰ ਜਨਰਲ ਫਿਰ ਆਪਣੇ ਕੋਲ ਆ ਜਾਣਾ ਸੀ ਸੀ ਗੋਪਾਲਾਚਾਰਿਆ ਜੀ। ਹੁਣ ਇੱਥੇ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਤੇ ਇਹਦਾ ਆਨਸਰ ਕਰਨਾ ਹੈ। ਉਹਨਾਂ ਨੇ ਫਸਟ ਗਵਰਨਰ ਜਨਰਲ ਪੁੱਛਿਆ, ਸੋ ਇੱਥੇ ਆਪਣਾ ਆਨਸਰ ਬਣ ਜਾਏਗਾ ਜੀ ਲਾਰਡ ਮਾਊਂਟਬੈਟਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਨਰਮਦਾ ਬਚਾਓ ਅੰਦੋਲਨ ਕਿਹਦੇ ਨਾਲ ਐਸੋਸੀਏਟਿਡ ਹੈ? ਜਿਹੜਾ ਨਰਮਦਾ ਬਚਾਓ ਅੰਦੋਲਨ ਹੈ ਉਹ ਐਸੋਸੀਏਟਿਡ ਹੈ ਜੀ ਸਰਦਾਰ ਸਰੋਵਰ ਡੈਮ ਦੇ ਨਾਲ। ਇਹਨੂੰ ਯਾਦ ਰੱਖਣਾ ਹੈ, ਇਹ ਕਹਿ ਲਓ ਕਰੰਟ ਅਫੇਅਰ ਦਾ ਕੁਐਸਚਨ ਸੀ। ਨਰਮਦਾ ਬਚਾਓ ਅੰਦੋਲਨ ਸਰਦਾਰ ਸਰੋਵਰ ਡੈਮ ਨਾਲ ਰਿਲੇਟਡ। ਚਲਦੇ ਹਾਂ ਜੀ ਅੱਗੇ। ਅਗਲਾ ਕੁਐਸਚਨ ਆ ਗਿਆ। ਕਹਿੰਦੇ ਜੀ ਸੌਲਟ ਮਾਰਚ ਐਂਡਡ ਇਨ। ਠੀਕ ਹੈ ਜੀ। ਸੌਲਟ ਮਾਰਚ ਗਾਂਧੀ ਜੀ ਨੇ ਕੀਤੀ ਸੀ, ਉਹ ਕਿੱਥੇ ਖਤਮ ਹੋਈ? ਉਹ ਖਤਮ ਹੋਈ ਜੀ ਡਾਂਡੀ ਦੇ ਵਿੱਚ, ਆਪਸ਼ਨ ਏ। ਤੇ ਇਹਨੂੰ ਇਸੇ ਲਈ ਡਾਂਡੀ ਮਾਰਚ ਵੀ ਬੋਲਿਆ ਜਾਂਦਾ ਹੈ। ਚਲਦੇ ਹਾਂ ਜੀ ਅੱਗੇ। ਫਿਰ ਇੱਕ ਆਪਣਾ ਹਿਸਟਰੀ 'ਚੋਂ ਕੁਐਸਚਨ ਆ ਗਿਆ, ਫਰੀਡਮ ਵਾਲੀ ਜਿਹੜੀ ਆਪਣੀ ਹਿਸਟਰੀ ਸੀ। ਕਹਿੰਦੇ ਜੀ
ਵੇਅਰ ਡਿਡ ਗਾਂਧੀ ਜੀ ਸਟਾਰਟ ਸੱਤਿਆਗ੍ਰਹਿ ਮੂਵਮੈਂਟ ਅਗੇਂਸਟ ਦ ਇੰਡੀਗੋ ਪਲਾਂਟੇਸ਼ਨ। ਜਿਹੜੀ ਨੀਲ ਦੀ ਖੇਤੀ ਸੀ ਇਹਦੇ ਵਿਰੁੱਧ ਕਦੋਂ ਸੱਤਿਆਗ੍ਰਹਿ ਕਿੱਥੇ ਕੀਤਾ ਗਿਆ? ਇਹ ਕੀਤਾ ਗਿਆ ਸੀ ਜੀ ਆਪਣੇ ਕੋਲ ਚੰਪਾਰਨ ਦੇ ਵਿੱਚ ਇਹ ਸੱਤਿਆਗ੍ਰਹਿ ਨੂੰ ਸਟਾਰਟ ਕੀਤਾ ਗਿਆ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਹੂ ਇਸ਼ੂਜ਼ ਦ ਕਰੰਸੀ ਨੋਟ ਔਨ ਦ ਬਿਹਾਫ ਆਫ ਗਵਰਨਮੈਂਟ ਆਫ ਇੰਡੀਆ। ਕਹਿੰਦੇ ਜੀ ਇੰਡੀਅਨ ਗਵਰਨਮੈਂਟ ਦੇ ਬਿਹਾਫ 'ਤੇ ਕੌਣ ਹੈ ਜਿਹੜਾ ਆਪਣੇ ਕੋਲ ਕਰੰਸੀ ਨੋਟਸ ਨੂੰ ਇਸ਼ੂ ਕਰਦਾ? ਆਪਣੇ ਕੋਲ ਕਰੰਸੀ ਨੋਟ ਇਸ਼ੂ ਕਰਦਾ ਜੀ ਆਪਣਾ ਆਪਸ਼ਨ ਸੀ RBI। ਜੋ RBI ਹੈ ਉਹ ਆਪਣੇ ਸਾਰੇ ਕਰੰਸੀ ਨੋਟਸ ਇਸ਼ੂ ਕਰਦਾ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਫਰੇਮਡ ਬਾਏ। ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਸੀ ਇਸ ਨੂੰ ਕਿਸ ਨੇ ਫਰੇਮ ਕੀਤਾ? ਬੜਾ ਹੀ ਸਿੰਪਲ ਜਿਹਾ ਕੁਐਸਚਨ, ਵਾਰ-ਵਾਰ ਰਿਪੀਟ ਹੋਣ ਵਾਲਾ ਕੁਐਸਚਨ। ਜਿਹੜੀ ਆਪਣੀ ਕੌਨਸਟੀਟਿਊਐਂਟ ਅਸੈਂਬਲੀ ਸੀ, ਆਪਸ਼ਨ ਸੀ, ਇਸ ਅਸੈਂਬਲੀ ਨੇ ਆਪਣੇ ਕੌਨਸਟੀਟਿਊਸ਼ਨ ਨੂੰ ਫਰੇਮ ਕੀਤਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਗਰੁੱਪ ਆਫ ਆਈਲੈਂਡ ਬਿਲੋਂਗ ਟੂ ਦ ਇੰਡੀਅਨ ਟੈਰੇਟਰੀ ਲਾਈਜ਼ ਇਨ ਦ ਬੇ ਆਫ ਬੰਗਾਲ। ਕਹਿੰਦੇ ਭਾਰਤ ਦਾ ਕਿਹੜਾ ਆਈਲੈਂਡ ਹੈ ਜਿਹੜਾ ਭਾਰਤ ਨੂੰ ਬਿਲੋਂਗ ਕਰਦਾ ਹੈ ਤੇ ਬੇ ਆਫ ਬੰਗਾਲ ਦੇ ਵਿੱਚ ਹੈਗਾ? ਇਹ ਆਪਣੇ ਕੋਲ, ਮੈਂ ਇੱਕ ਮਿੰਟ ਕੁਐਸਚਨ ਨੂੰ ਪ੍ਰੋਪਰਲੀ ਮਾਰਕ ਕਰਦਾ। ਕਹਿੰਦੇ ਜੀ ਕਿਹੜਾ ਆਈਲੈਂਡ ਹੈ ਜਿਹੜਾ ਇੰਡੀਅਨ ਟੈਰੇਟਰੀ ਦਾ ਤੇ ਬੇ ਆਫ ਬੰਗਾਲ ਨੂੰ ਬਿਲੋਂਗ ਕਰਦਾ ਹੈ? ਇਹ ਹੈ ਜੀ ਆਪਣੇ ਕੋਲ ਅੰਡਾਮਾਨ ਐਂਡ ਨਿਕੋਬਾਰ ਆਈਲੈਂਡ, ਆਪਸ਼ਨ A। ਜਿਹੜਾ ਅੰਡਾਮਾਨ ਨਿਕੋਬਾਰ ਹੈ ਉਹ ਇੰਡੀਆ ਦੇ ਆਪਾਂ ਅਗਰ ਦੇਖੀਏ ਤਾਂ ਈਸਟ ਵਾਲੀ ਸਾਈਡ 'ਚ ਬੇ ਆਫ ਬੰਗਾਲ ਦੇ ਵਿੱਚ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਡਿਸਕ੍ਰਾਈਬਡ ਬਾਈ ਦ BR ਅੰਬੇਦਕਰ ਐਜ਼ ਦ ਟਾਈਟਲ ਆਫ ਐਜ਼ ਦ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ। ਕਹਿੰਦੇ ਜੀ ਆਪਣੀ ਕੌਨਸਟੀਟਿਊਸ਼ਨ ਦਾ ਦਿਲ ਤੇ ਆਤਮਾ ਕਿਸ ਰਾਈਟ ਨੂੰ ਕਿਹਾ ਗਿਆ? ਇਹ ਹੈ ਜੀ ਆਪਣੇ ਕੋਲ ਆਪਸ਼ਨ B ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਇਹਦਾ ਅਰਥ ਹੁੰਦਾ ਜੀ ਅਗਰ ਆਪਣਾ ਕੋਈ ਵੀ ਫੰਡਾਮੈਂਟਲ ਰਾਈਟ ਖੋਇਆ ਜਾ ਰਿਹਾ ਹੈ ਤੇ ਆਪਾਂ ਸਿੱਧਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹਾਂ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਵਾਜ਼ ਦ ਫਸਟ ਸਟੇਟ ਟੂ ਬਾਈਫਰਕੇਟਡ ਆਫਟਰ ਇੰਡੀਪੈਂਡੈਂਸ ਇੰਡੀਆ। ਕਹਿੰਦੇ ਜੀ ਭਾਰਤ ਦੀ ਇੰਡੀਪੈਂਡੈਂਸ ਹੋਣ ਤੋਂ ਬਾਅਦ ਬਾਈਫਰਕੇਟ ਕਿਹੜੀ ਸਟੇਟ ਨੂੰ ਦੋ ਭਾਗਾਂ ਦੇ ਵਿੱਚ ਤੋੜਿਆ ਗਿਆ? ਇਹ ਸਟੇਟ ਸੀ ਜੀ ਆਪਣੇ ਕੋਲ ਆਪਸ਼ਨ D ਤਮਿਲਨਾਡੂ। ਤਮਿਲਨਾਡੂ ਦੀ ਸਟੇਟ ਨੂੰ ਇੰਡੀਪੈਂਡੈਂਸ ਤੋਂ ਜਸਟ ਬਾਅਦ ਸਭ ਤੋਂ ਪਹਿਲੀ ਸਟੇਟ ਸੀ ਜਿਹਨੂੰ ਤੋੜਿਆ ਗਿਆ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇਹ ਫਿਰ ਜਿਹੜਾ ਹੁਣੇ ਆਪਾਂ ਕੁਐਸਚਨ ਕਰਕੇ ਆਏ ਆ ਨਾ ਜੀ ਉਹਦੇ ਨਾਲ ਰਿਲੇਟਡ ਕੁਐਸਚਨ ਆ ਗਿਆ। ਕਹਿੰਦੇ for the enforcement of fundamental right the supreme court may issue ਕੀ ਇਸ਼ੂ ਕਰ ਸਕਦੀ ਹੈ? ਕਹਿੰਦੇ ਜੀ ਫੰਡਾਮੈਂਟਲ ਰਾਈਟ ਜਿਹੜੇ ਆਪਣੇ ਮੌਲਿਕ ਅਧਿਕਾਰ ਨੇ ਉਹਨੂੰ ਕਹਿ ਲਓ ਐਨਫੋਰਸ ਕਰਾਉਣ ਲਈ, ਉਹਨੂੰ ਪੂਰਾ ਕਰਾਉਣ ਲਈ ਜਿਹੜੀ ਸੁਪਰੀਮ ਕੋਰਟ ਹੈ ਉਹ ਇੱਕ ਰਿਟ ਇਸ਼ੂ ਕਰ ਸਕਦੀ ਹੈ। ਠੀਕ ਹੈ ਜੀ। ਆਪਣੀਆਂ ਅਲੱਗ-ਅਲੱਗ ਟਾਈਪ ਦੀਆਂ ਰਿਟਸ ਹੁੰਦੀਆਂ ਪੋਲਿਟੀ ਦੇ ਵਿੱਚ, ਇਹ ਇੱਕ ਬੜਾ ਹੀ ਆਪਣਾ ਇੰਪੋਰਟੈਂਟ ਟੌਪਿਕ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਅੱਛਾ ਕੁਐਸਚਨ ਹੈ, ਫਿਰ ਇਹ ਪੋਲਿਟੀ ਦਾ ਕੁਐਸਚਨ ਆਇਆ। ਕਹਿੰਦੇ ਜੀ what is an election held for only one constituency to fill the vacancy caused due to death or resignation of a member। ਕਹਿੰਦੇ ਜੀ ਜਦੋਂ ਕਿਸੇ ਜਗ੍ਹਾ ਤੋਂ ਕਿਸੇ ਮੰਨ ਲਓ ਇੱਕ MLA ਸੀ, ਉਹ MLA ਦੀ ਡੈਥ ਹੋ ਗਈ ਜਾਂ ਉਹ MLA ਨੇ ਰਿਜ਼ਾਈਨ ਦੇ ਦਿੱਤਾ ਤੇ ਉਸ ਕੱਲੀ ਜਗ੍ਹਾ ਤੇ ਜਿਹੜੇ ਇਲੈਕਸ਼ਨ ਹੋਣਗੇ ਸਿਰਫ ਉਸ ਏਰੀਏ 'ਚ, ਉਹਨੂੰ ਕੀ ਕਹਿੰਦੇ ਨੇ? ਇਹਨੂੰ ਬੋਲਦੇ ਨੇ ਜੀ ਬਾਈ ਇਲੈਕਸ਼ਨ। ਆਪਸ਼ਨ D ਇੱਥੇ ਆਪਣਾ ਕਰੈਕਟ ਹੋ ਜਾਏਗਾ, ਬਾਈ ਇਲੈਕਸ਼ਨ। ਚਲਦੇ ਹਾਂ ਜੀ ਅੱਗੇ। ਅਗਲਾ ਆਪਣੇ ਕੋਲ ਕੁਐਸਚਨ ਆ ਗਿਆ ਜੀ। ਕਹਿੰਦੇ ਦ ਚੀਫ ਇਲੈਕਸ਼ਨ ਕਮਿਸ਼ਨਰ, ਫਿਰ ਪੋਲਿਟੀ 'ਚੋਂ ਕੁਐਸਚਨ ਹੈ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਪੋਲਿਟੀ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ। ਆਪਣੇ ਚੈਨਲ 'ਤੇ ਪੋਲਿਟੀ ਦੀ ਕੰਪਲੀਟ ਵੀਡੀਓ ਪਈ ਹੋਈ ਹੈ ਜਿਹਦੇ ਵਿੱਚ ਆਪਾਂ ਲਗਭਗ 100 ਤੋਂ 150 ਕੁਐਸਚਨਸ ਡਿਸਕਸ ਕੀਤੇ ਹੋਏ ਨੇ ਜਿਹੜੇ ਕਿ ਮੋਸਟ ਇੰਪੋਰਟੈਂਟ ਪੋਲਿਟੀ ਦੇ ਨੇ ਹੈਗੇ ਨੇ। ਚਲੋ ਜੀ ਕੁਐਸਚਨ ਤੇ ਆਉਂਦੇ ਹਾਂ। ਕਹਿੰਦੇ ਜੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੌਣ ਅਪੋਇੰਟ ਕਰਦਾ ਹੈ? ਜਿਹੜਾ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਜੀ ਉਹਨੂੰ ਅਪੋਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਵੱਲੋਂ। ਯਾਦ ਰੱਖਣਾ ਹੈ ਕੁਛ ਚੀਜ਼ਾਂ ਪ੍ਰੈਜ਼ੀਡੈਂਟ ਵੱਲੋਂ ਅਪੋਇੰਟ ਕੀਤੀਆਂ ਜਾਂਦੀਆਂ, ਕੁਛ ਪ੍ਰਾਈਮ ਮਿਨਿਸਟਰ ਵੱਲੋਂ, ਕਿਹੜਾ ਕਿਹਦੇ ਦੁਆਰਾ ਅਪੋਇੰਟ ਕੀਤਾ ਜਾਂਦਾ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਆਰਗੇਨਾਈਜੇਸ਼ਨ ਕੈਰੀਜ਼ ਆਊਟ ਸਰਵੇਸ ਫॉर ਡਿਟਰਮਾਈਨਿੰਗ ਪੋਵਰਟੀ ਲਾਈਨ। ਕਹਿੰਦੇ ਜੀ ਹੁਣ ਜਿਹੜੀ ਪੋਵਰਟੀ ਲਾਈਨ ਨੂੰ ਡਿਟਰਮਾਈਨ ਕਰਨ ਲਈ ਕਿਹੜੀ ਆਪਣੇ ਕੋਲ ਸੰਸਥਾ ਹੈ? ਇਹਦੇ ਵਿੱਚ ਆਪਣੇ ਕੋਲ ਆਪਸ਼ਨ ਹੈ ਜੀ ਆਪਸ਼ਨ A। ਹੁਣ ਇਹ ਹੈਗੀ ਹੈ ਜੀ NSSO। ਇਹ ਕੀ ਹੈ? ਨੈਸ਼ਨਲ ਸੈਂਪਲ ਸਰਵੇ ਆਫਿਸ। ਠੀਕ ਹੈ ਜੀ। ਇਹ ਕੀ ਕਰਦਾ ਜੀ? ਆਪਣਾ ਸਾਰਾ ਡਾਟਾ ਕਲੈਕਟ ਕਰਦਾ ਹੈ ਤੇ ਡਿਟਰਮਾਈਨ ਕਰਦਾ ਹੈ ਕਿ ਪੋਵਰਟੀ ਲਾਈਨ ਤੋਂ ਕਿੰਨੀ ਆਪਣੀ ਪਾਪੂਲੇਸ਼ਨ ਉੱਪਰ ਹੈ ਤੇ ਕਿੰਨੀ ਪਾਪੂਲੇਸ਼ਨ ਉਸ ਤੋਂ ਥੱਲੇ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ
ਹਾਊ ਮੈਨੀ ਡੇਜ਼ ਇਨ ਅ ਈਅਰ ਮਨਰੇਗਾ ਐਕਸਪੈਕਟਡ ਟੂ ਪ੍ਰੋਵਾਈਡ ਐਸ਼ੋਰਡ ਇੰਪਲੋਇਮੈਂਟ। ਮਨਰੇਗਾ ਸਕੀਮ ਦੇ ਤਹਿਤ ਆਪਾਂ ਨੂੰ ਪਤਾ ਕੰਮ ਦਿੱਤਾ ਜਾਂਦਾ ਹੈ। ਕਹਿੰਦੇ ਮਨਰੇਗਾ ਸਕੀਮ ਕੀ ਅਸ਼ੋਰ ਕਰਦੀ ਹੈ ਕਿ ਘੱਟੋ ਘੱਟ ਕਿੰਨੇ ਦਿਨ ਕੰਮ ਮਿਲੇਗਾ। ਇਹ ਅਸ਼ੋਰ ਕਰਦੀ ਹੈ ਜੀ ਆਪਾਂ ਨੂੰ 100 ਦਿਨ ਤੱਕ ਕੰਮ ਗਰੰਟਿਡ ਦਿੱਤਾ ਜਾਏਗਾ। ਅਗਰ ਕੋਈ ਵਰਕਰ ਹੈ ਮਨਰੇਗਾ ਦਾ ਤੇ ਉਹਨੂੰ ਘੱਟੋ ਘੱਟ ਕੀ ਹੈ ਜੀ 100 ਦਿਨ ਤੱਕ ਕੰਮ ਦਿੱਤਾ ਜਾਏਗਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਮਿਲੀਅਨਮ ਡਿਵਲਪਮੈਂਟ ਗੋਲਸ ਆਰ ਐਕਸਪੈਕਟਡ ਟੂ, ਥੋੜਾ ਜਿਹਾ ਇੱਥੇ ਮਿਸਪ੍ਰਿੰਟ ਹੈ, ਐਕਸਪੈਕਟਡ ਟੂ ਅਚੀਵਡ ਬਾਈ ਦ ਈਅਰ। ਇਹ ਹੁਣ ਕੀ ਸੀ, ਇੱਕ ਮਿਲੀਅਨਮ ਕੀ ਕਹੀ ਸੀ ਬੈਠਕ ਬੁਲਾਈ ਗਈ ਸੀ। ਇਹਦੇ ਵਿੱਚ ਕੀ ਕੀਤਾ ਗਿਆ ਸੀ, ਕੁਝ ਗੋਲਸ ਰੱਖੇ ਗਏ ਸੀ ਜਿਨ੍ਹਾਂ ਨੂੰ ਕਿਹਾ ਗਿਆ ਸੀ 2015 ਤੱਕ ਪੂਰਾ ਕਰਨਾ। ਸੋ ਉਹਨਾਂ ਨੇ ਇਹੀ ਪੁੱਛਿਆ ਕਿ ਇਹਨਾਂ ਨੂੰ ਕਦੋਂ ਤੱਕ ਅਚੀਵ ਕੀਤਾ ਜਾਣਾ ਸੀ, 2015 ਤੱਕ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਕੁਐਸਚਨ ਆ ਗਿਆ, ਕਹਿੰਦੇ ਗ੍ਰੀਨ ਐਂਡ ਵਾਈਟ ਰੈਵੋਲਿਊਸ਼ਨ ਆਰ ਐਸੋਸੀਏਟਿਡ ਵਿਦ। ਹੁਣ ਬੜਾ ਹੀ ਫੈਮੀਲੀਅਰ ਜਿਹਾ ਕੁਐਸਚਨ ਹੈ। ਕਹਿੰਦੇ ਜੀ ਹਰਿਤ ਕ੍ਰਾਂਤੀ ਤੇ ਸਫੇਦ ਕ੍ਰਾਂਤੀ। ਹਰਿਤ ਕ੍ਰਾਂਤੀ ਸੀ ਜੀ ਐਗਰੀਕਲਚਰ ਨਾਲ, ਇੱਥੇ ਦੇਖੋ ਦੋ ਹੀ ਆਪਸ਼ਨਸ 'ਚ ਆਪਣੇ ਕੋਲ ਗ੍ਰੇਨ ਆ ਰਿਹਾ ਬੀ ਤੇ ਡੀ ਦੇ ਵਿੱਚ। ਤੇ ਜਿਹੜੀ ਵਾਈਟ ਕ੍ਰਾਂਤੀ ਸੀ ਉਹ ਸੀ ਜੀ ਮਿਲਕ ਨਾਲ। ਸੋ ਇੱਥੇ ਆਪਣੀ ਕਰੈਕਟ ਆਪਸ਼ਨ ਕੀ ਬਣ ਜਾਏਗੀ ਜੀ, ਆਪਣੇ ਕੋਲ ਆਪਸ਼ਨ ਬੀ ਬਣ ਜਾਏਗੀ ਜੀ, ਆਪਸ਼ਨ ਬੀ, ਜਿਹਦੇ ਵਿੱਚ ਮੈਂ ਪ੍ਰੋਪਰਲੀ ਮਾਰਕ ਕਰ ਦਿੰਦਾ। ਕੀ ਕੀਤਾ ਗਿਆ ਸੀ, ਗ੍ਰੀਨ ਰੈਵੋਲਿਊਸ਼ਨ ਕਹਿ ਲਓ ਗ੍ਰੇਨ ਲਈ, ਅਨਾਜ ਲਈ, ਤੇ ਵਾਈਟ ਰੈਵੋਲਿਊਸ਼ਨ ਸੀ ਜਿਹੜੀ ਆਪਣੇ ਕੋਲ ਮਿਲਕ ਦੇ ਲਈ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਰਗੀਜ਼ ਕੁਰੇਨ ਵਾਜ਼ ਐਸੋਸੀਏਟਿਡ ਵਿਦ। ਅੱਛਾ ਕੁਐਸਚਨ ਹੈ। ਕਹਿੰਦੇ ਜੀ ਵਰਗੀਜ਼ ਕੁਰੇਨ ਕਿਹਦੇ ਨਾਲ ਐਸੋਸੀਏਟਿਡ ਸੀ। ਵਰਗੀਜ਼ ਕੁਰੇਨ ਐਸੋਸੀਏਟਿਡ ਸੀ ਜੀ ਆਪਰੇਸ਼ਨ ਫਲੱਡ ਦੇ ਨਾਲ। ਤੇ ਹੁਣ ਜੇ ਦੇਖੀਏ ਆਪਰੇਸ਼ਨ ਫਲੱਡ ਕੀ ਸੀ, ਆਪਰੇਸ਼ਨ ਫਲੱਡ ਸੀ ਜੀ ਮਿਲਕ ਰੈਵੋਲਿਊਸ਼ਨ ਦੇ ਨਾਲ। ਇਹਨਾਂ ਨੂੰ ਆਪਣੇ ਫਾਦਰ ਆਫ ਮਿਲਕ ਰੈਵੋਲਿਊਸ਼ਨ ਵੀ ਕਿਹਾ ਜਾਂਦਾ ਜਾਂ ਵਾਈਟ ਰੈਵੋਲਿਊਸ਼ਨ। ਇਹਦੇ ਵਿੱਚ ਜਿਹੜੀ ਆਪਣੀ ਮਿਲਕ ਪ੍ਰੋਡਕਸ਼ਨ ਸੀ ਉਸ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ, ਇਹਦੇ ਬਾਰੇ ਸਾਰੀਆਂ ਚੀਜ਼ਾਂ ਸਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਨਿਊ ਗਵਰਨਰ ਆਫ ਪੰਜਾਬ ਹੈਜ਼ ਐਡੀਸ਼ਨਲ ਰਿਸਪੋਂਸਿਬਿਲਿਟੀ ਆਫ ਐਡਮਿਨਿਸਟ੍ਰੇਸ਼ਨ ਆਫ। ਹੁਣ ਇਹ ਪਿੱਛੇ ਜੇ ਆਪਣੇ ਗੱਲ ਹੋਈ ਸੀ, ਪਹਿਲਾਂ ਕੀ ਹੁੰਦਾ ਸੀ ਚੀਫ ਕਮਿਸ਼ਨਰ ਹੁੰਦਾ ਸੀ ਆਪਣੇ ਚੰਡੀਗੜ੍ਹ ਦਾ। ਫਿਰ ਕੀ ਕਹਿ ਦਿੱਤਾ ਗਿਆ ਕਿ ਜੋ ਗਵਰਨਰ ਹੋਏਗਾ ਪੰਜਾਬ ਦਾ ਉਹੀ ਜਿਹੜੀ ਹੈ ਜ਼ਿੰਮੇਵਾਰੀ ਸੰਭਾਲੇਗਾ ਜੀ ਐਜ਼ ਐਡੀਸ਼ਨਲ ਰਿਸਪੋਂਸਿਬਿਲਿਟੀ ਐਡਮਿਨਿਸਟ੍ਰੇਟਰ ਦੀ, ਕਹਿੰਦੇ ਚੰਡੀਗੜ੍ਹ ਦੀ। ਸੋ ਇੱਥੇ ਆਪਣੇ ਕੋਲ ਆਪਸ਼ਨ ਕੀ ਬਣ ਜਾਂਦੀ ਹੈ ਇਹਦੀ, ਆਪਸ਼ਨ ਏ ਚੰਡੀਗੜ੍ਹ। ਚਲਦੇ ਹਾਂ ਜੀ ਅੱਗੇ। ਕਹਿੰਦੇ GST ਰੈਫਰ ਟੂ, GST ਦੀ ਫੁੱਲ ਫਾਰਮ ਬੜਾ ਹੀ ਸਿੰਪਲ ਜਿਹਾ, ਗੁੱਡਸ ਐਂਡ ਸਰਵਿਸ ਟੈਕਸ, ਆਪਸ਼ਨ ਏ। ਅਗਲੇ ਕੁਐਸਚਨ ਵੱਲ ਚਲਦੇ ਹਾਂ ਜੀ। ਕਹਿੰਦੇ ਜੀ ਫਿਰ ਆਪਣਾ ਇੱਕ ਪੋਲਿਟੀ ਜੋ ਕੁਐਸਚਨ ਆ ਗਿਆ। ਕਹਿੰਦੇ ਜੀ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਇਨ। ਕਹਿੰਦੇ ਮਨੀ ਬਿੱਲ ਕਿੱਥੇ ਇੰਟਰੋਡਿਊਸ ਕੀਤਾ ਜਾ ਸਕਦਾ। ਜਿਹੜਾ ਮਨੀ ਬਿੱਲ ਹੁੰਦਾ ਜੀ ਉਹ ਸਿਰਫ ਔਰ ਸਿਰਫ ਲੋਕ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਸੋ ਇੱਥੇ ਆਪਣੇ ਕੋਲ ਆਪਸ਼ਨ ਬਣ ਗਈ ਜੀ, ਆਪਸ਼ਨ ਏ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਸਾਇੰਸ ਦਾ, ਇੱਥੇ ਜਰਨਲ ਸਾਇੰਸ ਦਾ ਇੱਕ ਕੁਐਸਚਨ ਆਇਆ ਹੈ। ਕਹਿੰਦੇ ਦ ਗਰੁੱਪ ਆਫ ਆਰਗੈਨਿਜ਼ਮ ਦੈਟ ਕਨਵਰਟ ਸਨਲਾਈਟ ਇਨਟੂ ਫੂਡ ਆਰ ਟਰਮਡ ਐਜ਼। ਕਹਿੰਦੇ ਐਵੇਂ ਦੇ ਗਰੁੱਪ ਦਾ ਨਾਮ ਦੱਸੋ ਜੋ ਕੀ ਕਰਦੇ ਨੇ ਜੀ ਸਨਲਾਈਟ ਤੋਂ ਆਪਦਾ ਫੂਡ ਬਣਾਉਂਦੇ ਨੇ। ਇਹਨਾਂ ਨੂੰ ਬੋਲਿਆ ਜਾਂਦਾ ਹੈ ਆਟੋਟ੍ਰੋਪ। ਪੰਜਾਬੀ ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਜੀ ਸਵੈ ਪੋਸ਼ੀ, ਜਿਹੜੇ ਆਰਗੈਨਿਜ਼ਮ ਆਪਦਾ ਭੋਜਨ ਆਪ ਤਿਆਰ ਕਰਦੇ ਨੇ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਫਿਰ ਆਪਣੇ ਕੋਲ ਇੱਕ ਜੋਗਰਾਫੀ ਦੇ ਵਿੱਚੋਂ ਕੁਐਸਚਨ ਆਇਆ। ਕਹਿੰਦੇ ਵਿਚ ਇਜ਼ ਦਾ ਇੰਟਰਨੈਸ਼ਨਲ ਡੇਟ ਲਾਈਨ। ਕਹਿੰਦੇ ਜੀ ਆਪਣੇ ਕੋਲ ਇੰਟਰਨੈਸ਼ਨਲ ਡੇਟ ਲਾਈਨ ਕਿਹੜੀ ਹੈ। ਹੁਣ ਇੱਥੇ ਆਪਣੇ ਕੋਲ ਕੀ ਹੈ ਜੀ, ਜਿਹੜੀ ਆਪਣੇ ਕੋਲ 180 ਡਿਗਰੀ ਲੌਂਗੀਟਿਊਡ ਹੈ ਉਹਨੂੰ ਮੰਨਿਆ ਜਾਂਦਾ ਹੈ ਇੰਟਰਨੈਸ਼ਨਲ ਡੇਟ ਲਾਈਨ। ਜਦੋਂ ਆਪਾਂ ਇਹ ਲਾਈਨ ਨੂੰ ਕ੍ਰੋਸ ਕਰਦੇ ਹਾਂ ਤੇ ਇੱਕ ਪਾਸੇ ਇੱਕ ਦਿਨ ਦਾ ਡੇਟ ਦਾ ਫਰਕ ਪੈ ਜਾਂਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ if you intend to visit Kavarati for a vacation, which one of the union territory of India would you going to। ਕਹਿੰਦੇ ਤੁਸੀਂ ਕਾਵਾਰਤੀ ਜਾ ਰਹੇ ਹੋ ਤੇ ਫਿਰ ਤੁਸੀਂ ਭਾਰਤ ਦੀ ਕਿਹੜੀ ਯੂਨੀਅਨ ਟੈਰੀਟਰੀ ਦੇ ਵਿੱਚ ਜਾਓਗੇ। ਇਹਦਾ ਆਨਸਰ ਹੈ ਜੀ ਆਪਸ਼ਨ ਏ ਲਕਸ਼ਦੀਪ। ਹੁਣ ਲਕਸ਼ਦੀਪ ਆਪਣੀ ਯੂਨੀਅਨ ਟੈਰੀਟਰੀ ਹੈ ਜਿਹਨੂੰ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬੋਲਦੇ ਹਾਂ। ਜਿਹੜੀ ਇਹਦੀ ਕੈਪੀਟਲ ਹੈ ਉਹ ਕੀ ਹੈ ਜੀ ਕਾਵਾਰਤੀ। ਸੋ ਇੱਥੋਂ ਵੀ ਇਹਨੂੰ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਹੋ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਬ੍ਰੈਗਜ਼ਿਟ word was popularly used for which of the following countries related to event in Europe। ਕਹਿੰਦੇ ਯੂਰਪ ਦੇ ਕਿਸ ਇਵੈਂਟ ਦੇ ਨਾਲ ਇੱਕ ਵਰਡ ਦਿੱਤਾ ਜੀ ਉਹਨਾਂ ਨੇ ਬ੍ਰੈਗਜ਼ਿਟ। ਇਹ ਰਿਲੇਟਿਡ ਹੈ। ਹੁਣ ਇੱਥੋਂ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਹੋ ਕਿ BR ਮਤਲਬ ਬ੍ਰਿਟੇਨ ਤੇ ਐਗਜ਼ਿਟ ਮਤਲਬ ਬਾਹਰ ਆਉਣਾ। ਬ੍ਰਿਟੇਨ ਨੇ ਯੂਰੋਪੀय ਸੰਘ ਨੂੰ ਛੱਡਤਾ ਸੀ। ਸੋ ਇੱਥੇ ਇਹਦਾ ਆਪਸ਼ਨ ਕੀ ਆ ਜਾਏਗਾ, ਆਪਸ਼ਨ ਏ। ਜਿਹੜੀ ਬ੍ਰਿਟੇਨ ਹੈ ਜਦੋਂ ਇਹਨੇ ਛੱਡਿਆ ਸੀ ਤੇ ਇਹਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ। ਚਲਦੇ ਹਾਂ ਜੀ ਅੱਗੇ। ਅੱਛਾ ਕੁਐਸਚਨ ਆ ਗਿਆ। ਕਹਿੰਦੇ ਜੀ ਵਿਚ ਵਨ ਆਫ ਦਾ ਫੋਲੋਇੰਗ ਕੰਟਰੀ ਇਜ਼ ਨੋਟ ਮੈਂਬਰ ਆਫ ਸਾਰਕ। ਸਾਰਕ ਇੱਕ ਸੰਘ ਹੈ, ਇੱਕ ਯੂਨੀਅਨ ਬਣਾਈ ਗਈ ਹੈ। ਕਹਿੰਦੇ ਜੀ ਇਹਦਾ ਮੈਂਬਰ ਕੌਣ ਨਹੀਂ ਹੈਗਾ। ਇਹਨੂੰ ਯਾਦ ਕਰਨ ਦਾ ਮੈਂ ਈਜ਼ੀਲੀ ਤਰੀਕਾ ਦੱਸ ਸਕਦਾ।
ਭਾਰਤ ਦੀਆਂ ਟੋਟਲ 9 ਨੇਬਰਿੰਗ ਕੰਟਰੀਜ਼ ਨੇ, ਠੀਕ ਹੈ ਜੀ। ਤੇ ਇੱਕ ਭਾਰਤ ਖੁਦ, ਟੋਟਲ 10 ਹੋ ਗਏ। 10 ਦੇ ਵਿੱਚੋਂ 2 ਹੀ ਮੈਂਬਰ ਨਹੀਂ ਹੈਗੇ, ਇੱਕ ਹੈ ਜੀ ਆਪਣੇ ਕੋਲ ਮਿਆਂਮਾਰ ਤੇ ਦੂਜਾ ਹੈ ਚਾਈਨਾ। ਬਾਕੀ ਭਾਰਤ ਦੇ ਸਾਰੇ ਪੜੋਸੀ ਦੇਸ਼ ਸਾਰਕ ਦੇ ਮੈਂਬਰ ਹੈਗੇ ਨੇ। ਤੇ ਜੇ ਪੁੱਛਿਆ ਜਾਵੇ ਲੇਟੈਸਟ ਮੈਂਬਰ ਕਿਹੜਾ ਸਾਰਕ ਦੇ ਵਿੱਚ ਐਡ ਹੋਇਆ, ਉਹ ਹੈ ਜੀ ਆਪਣੇ ਕੋਲ ਆਪਸ਼ਨ ਏ, ਅਫਗਾਨਿਸਤਾਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਹੂ ਇਜ਼ ਦਾ ਪ੍ਰੈਜ਼ੈਂਟ ਗਵਰਨਰ ਆਫ ਸਟੇਟ ਆਫ ਪੰਜਾਬ। ਕਹਿੰਦੇ ਜੀ ਸਟੇਟ ਆਫ ਪੰਜਾਬ ਦਾ ਪ੍ਰੈਜ਼ੈਂਟ ਗਵਰਨਰ ਕੌਣ ਹੈ। ਹੁਣ ਇਹ ਸਾਰੇ ਪ੍ਰੀਵੀਅਸ ਈਅਰ ਦੇ ਕੁਐਸਚਨ ਨੇ। ਹੁਣ ਵਾਲੇ ਗਵਰਨਰ ਨੇ ਜਿਹੜੇ ਆਪਣੇ ਚੇਂਜ ਹੋ ਚੁੱਕੇ ਨੇ। ਹੁਣ ਜਿਹੜੇ ਆਪਣੇ ਗਵਰਨਰ ਨੇ ਉਹਨਾਂ ਦਾ ਨਾਮ ਹੈ ਜੀ ਬਨਵਾਰੀ ਲਾਲ ਪੁਰੋਹਿਤ, ਠੀਕ ਹੈ ਜੀ। ਜਦੋਂ ਦਾ ਇਹ ਕੁਐਸਚਨ ਸੀ ਉਦੋਂ ਸੀ VP ਸਿੰਘ ਬਦਨੌਰ, ਪਰ ਹੁਣ ਇਹ ਬਦਲ ਕੇ ਹੋ ਚੁੱਕੇ ਨੇ ਜੀ ਬਨਵਾਰੀ ਲਾਲ ਪੁਰੋਹਿਤ। ਹੁਣ ਇਹ ਰੀਸੈਂਟ ਤੁਸੀਂ ਦੇਖਿਆ ਜਿਵੇਂ ਪੰਜਾਬ ਦੀ ਬੜੀ ਜ਼ਿਆਦਾ ਪੋਲੀਟਿਕਸ ਗਰਮਾਈ ਹੋਈ ਸੀ। ਇਹਦੇ ਵਿੱਚ ਕੀ ਹੈ ਜੀ ਆਪਣੇ ਕੋਲ, ਤੁਸੀਂ ਜਿਵੇਂ ਜਾਣਦੇ ਹੋ ਆਪਣੇ ਸੀਐਮ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਜੀ, ਇਹਨਾਂ ਨੇ ਆਪਣਾ ਇਸਤੀਫਾ ਦਿੱਤਾ ਸੀ। ਪੁੱਛਿਆ ਜਾ ਸਕਦਾ ਕਿਹਨਾਂ ਨੂੰ ਦਿੱਤਾ ਸੀ, ਇਹ ਇਸਤੀਫਾ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਹੀ ਦਿੱਤਾ ਸੀ। ਤੇ ਫਿਰ ਜਿਹੜੇ ਨਵੇਂ ਸੀਐਮ ਸਾਹਿਬ ਸੀ ਉਹਨਾਂ ਨੂੰ ਸਹੁੰ ਕਿਹਨਾਂ ਨੇ ਚੁਕਵਾਈ ਸੀ, ਉਹ ਵੀ ਬਨਵਾਰੀ ਲਾਲ ਪੁਰੋਹਿਤ ਜੀ ਨੇ ਹੀ ਚੁਕਵਾਈ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਿਚ ਆਫ ਦਾ ਫੋਲੋਇੰਗ ਅਮੰਗ ਦ ਫੋਲੋਇੰਗ ਇਜ਼ ਦ ਟੋਲੈਸਟ ਬਿਲਡਿੰਗ ਇਨ ਦ ਵਰਲਡ। ਕਹਿੰਦੇ ਜੀ ਸਭ ਤੋਂ ਟੋਲ ਬਿਲਡਿੰਗ ਕਿਹੜੀ ਹੈ, ਆਪਾਂ ਸਭ ਜਾਣਦੇ ਹਾਂ ਬੁਰਜ ਖਲੀਫਾ ਦੁਬਈ ਦੇ ਵਿੱਚ ਸਿਟੂਏਟਡ ਹੈ, UAE ਯੂਨਾਈਟਿਡ ਅਰਬ ਐਮੀਰਾਟਸ, ਠੀਕ ਹੈ ਜੀ। ਚਲਦੇ ਹਾਂ ਅੱਗੇ। ਕਹਿੰਦੇ ਜੀ ਦ ਗੋਲਡਨ ਪੰਜਾਬ ਹਿਸਟਰੀ ਤੋਂ ਕੁਐਸਚਨ ਆਇਆ। ਕਹਿੰਦੇ ਫਾਊਂਡੇਸ਼ਨ ਆਫ ਗੋਲਡਨ ਟੈਂਪਲ ਅੰਮ੍ਰਿਤਸਰ ਵਾਜ਼ ਲੈਡ ਬਾਏ। ਗੋਲਡਨ ਟੈਂਪਲ ਦੀ ਫਾਊਂਡੇਸ਼ਨ ਕਿਹਨੇ ਰੱਖੀ ਸੀ ਜੀ, ਇਹ ਰੱਖੀ ਸੀ ਜੀ ਸਾਈਂ ਮੀਆਂ ਮੀਰ ਜੀ ਨੇ। ਇੱਥੋਂ ਆਪਾਂ ਇਹਨੂੰ ਐਜ਼ ਅ ਸਟੋਰੀ ਵੀ ਯਾਦ ਕਰ ਸਕਦੇ ਹਾਂ ਕਿ ਉਹਨਾਂ ਨੇ ਜਿਹੜੀ ਨੀਂਹ ਰੱਖੀ ਸੀ, ਗੁਰੂ ਜੀ ਨੇ ਕਿਉਂ ਰਖਵਾਈ ਸੀ ਨੀਂਹ, ਕਿਉਂਕਿ ਪਤਾ ਚੱਲ ਸਕੇ ਕਿ ਉਹ ਇੱਕ ਇਕੁਐਲਿਟੀ ਦਾ ਮੈਸੇਜ ਦੇਣਾ ਚਾਹੁੰਦੇ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਅਸ਼ੋਕਾ ਟਰਨਡ ਇਨਟੂ ਬੁੱਧਿਸਟ ਆਫਟਰ ਦ ਵਾਰ ਵਿਚ ਵਨ ਆਫ ਦ ਫੋਲੋਇੰਗ ਪਲੇਸਿਸ। ਕਹਿੰਦੇ ਅਸ਼ੋਕਾ ਦੀ ਕਿਹੜੀ ਲੜਾਈ ਤੋਂ ਬਾਅਦ ਉਹ ਬੁੱਧ ਬਣ ਗਿਆ ਸੀ, ਬੌਧ ਬਣ ਗਿਆ ਸੀ, ਬੌਧ ਧਰਮ ਉਹਨੇ ਅਪਣਾ ਲਿਆ ਸੀ। ਇਹ ਲੜਾਈ ਸੀ ਜੀ ਆਪਣੇ ਕੋਲ ਕਲਿੰਗਾ ਦੀ ਲੜਾਈ। ਕਲਿੰਗਾ ਦੀ ਲੜਾਈ ਤੋਂ ਬਾਅਦ ਜਿਹੜਾ ਅਸ਼ੋਕਾ ਸੀ ਉਹਨੇ ਬੌਧ ਧਰਮ ਅਪਣਾ ਲਿਆ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਹੂ ਇਜ਼ ਦ ਆਥਰ ਆਫ ਬੁੱਕ N.A. ਅਕਬਰੀ। ਹੁਣ ਇਹ ਕਹਿ ਲਓ ਆਪਣੇ ਉਹਦੇ ਵਿੱਚੋਂ ਕੁਐਸਚਨ ਆ ਗਿਆ ਸਾਹਿਤਯ ਵਿੱਚੋਂ। ਕਹਿੰਦੇ ਜੀ N.A. ਅਕਬਰੀ ਦਾ ਆਥਰ ਕੌਣ ਸੀ, ਇਹਨੂੰ ਯਾਦ ਹੀ ਰੱਖਣਾ ਜੀ। ਇਹ ਸੀ ਜੀ ਆਪਣੇ ਕੋਲ ਅਬੁਲ ਫਜ਼ਲ, ਆਪਸ਼ਨ ਏ ਅਬੁਲ ਫਜ਼ਲ। ਚਲਦੇ ਹਾਂ ਜੀ ਅੱਗੇ। ਅੱਛਾ ਕੁਐਸਚਨ ਫਿਰ ਇੰਡੀਆ ਦੀ ਹਿਸਟਰੀ 'ਚੋਂ ਪੁੱਛਿਆ ਗਿਆ ਹੈ। ਕਹਿੰਦੇ ਵਾਸਕੋ ਡਿਗਾਮਾ ਸੇਲਡ ਫਰੋਮ ਲਿਸਬਨ ਐਂਡ ਲੈਂਡੇ ਐਟ ਡੈਸ਼ ਸਿਟੀ ਆਫ ਇੰਡੀਆ। ਵਾਸਕੋ ਡਿਗਾਮਾ ਜੀ ਪਹਿਲੀ ਵਾਰ ਭਾਰਤ ਦੀ ਕਿਹੜੀ ਸਿਟੀ ਵਿੱਚ ਆਏ ਸੀ, ਇਹ ਹੈ ਜੀ ਆਪਣੇ ਕੋਲ ਆਪਸ਼ਨ B ਕੈਲੀਕਟ। ਇਹ ਕਿਹੜੀ ਸਾਈਡ 'ਤੇ ਹੈ, ਇਹ ਜਿਹੜੀ ਆਪਣੇ ਕੋਲ ਸਿਟੀ ਹੈਗੀ ਹੈ ਜੀ ਆਪਸ਼ਨ B ਕੈਲੀਕਟ, ਇਹ ਆਪਣੇ ਕੋਲ ਆਪਣੇ ਵੈਸਟਰਨ ਘਾਟ 'ਤੇ। ਜੇ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਦੱਸਾਂ, ਗੋਆ ਤੋਂ ਨੀਚੇ ਵਾਲੀ ਸਾਈਡ ਇਹ ਪ੍ਰੈਜ਼ੈਂਟ ਹੈ ਆਪਸ਼ਨ B ਕੈਲੀਕਟ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਹੂ ਅਮੰਗਸ ਦ ਫੋਲੋਇੰਗ ਵਾਜ਼ ਫਾਊਂਡਰ ਆਫ ਗੁਪਤ ਐम्पायर। ਕਹਿੰਦੇ ਜੀ ਗੁਪਤਾ ਐम्पायर ਜਾਂ ਗੁਪਤ ਐम्पायर ਜਿਹਨੂੰ ਆਪਾਂ ਕਹਿ ਦਈਦਾ, ਇਹਦਾ ਫਾਊਂਡਰ ਕੌਣ ਸੀ, ਇਹ ਸੀ ਜੀ ਚੰਦਰਗੁਪਤ I। ਆਪਸ਼ਨ ਇਹ ਆਪਣੇ ਕੋਲ ਚੰਦਰਗੁਪਤ I ਸੀ ਜਿਹੜਾ ਗੁਪਤ ਐम्पायर ਦਾ ਫਾਊਂਡਰ ਸੀ। ਅੱਗੇ ਆ ਜਾਓ ਜੀ। ਕਹਿੰਦੇ ਜੀ ਵਿਚ ਅਮੰਗ ਦ ਫੋਲੋਇੰਗ ਆਰ ਦ ਲਾਰਜੈਸਟ ਪਲੇਨ ਆਫ ਇੰਡੀਆ। ਕਹਿੰਦੇ ਜੀ ਭਾਰਤ ਦੇ ਸਭ ਤੋਂ ਵੱਡੇ ਮੈਦਾਨ ਕਿਹੜੇ ਨੇ। ਜਿਵੇਂ ਆਪਾਂ ਜਾਣਦੇ ਹਾਂ ਜਿਹੜੇ ਮੈਦਾਨਾਂ ਵਿੱਚ ਆਪਾਂ ਖੁਦ ਰਹਿੰਦੇ ਹਾਂ ਜੀ, ਨਾਰਦਰਨ ਪਲੇਨ ਇਹੀ ਕੀ ਨੇ ਜੀ, ਜਾਂ ਇਹਨਾਂ ਨੂੰ ਇੰਡੋ ਗੈਂਗਟਿਕ ਪਲੇਨਸ ਵੀ ਕਿਹਾ ਜਾਂਦਾ। ਇਹ ਭਾਰਤ ਦੇ ਸਭ ਤੋਂ ਵੱਡੇ ਮੈਦਾਨ ਨੇ, ਆਪਸ਼ਨ ਏ। ਇੰਡੋ ਗੈਂਗਟਿਕ ਕਿਉਂ ਕਹਿੰਦੇ ਨੇ ਜੀ, ਇੰਡਸ ਤੇ ਗੰਗਾ ਰਿਵਰ ਦੇ ਮੈਦਾਨ ਇਹਨਾਂ ਨੂੰ ਬੋਲਿਆ ਜਾਂਦਾ। ਫਿਰ ਉਹੀ ਇਹਦੇ ਨਾਲ ਰਿਲੇਟਡ ਸੇਮ ਕੁਐਸਚਨ ਆ ਗਿਆ। ਕਹਿੰਦੇ ਦ ਮੋਸਟ ਐਕਸਟੈਂਸਿਵ ਐਂਡ ਫਰਟਾਈਲ ਰੀਜਨ ਆਫ ਇੰਡੀਆ। ਸਭ ਤੋਂ ਉਪਜਾਊ ਧਰਤੀ ਹੈ ਆਪਣੇ ਕੋਲ ਆਪਣੇ ਨਾਰਦਰਨ ਪਲੇਨਸ, ਆਪਸ਼ਨ C। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਗ੍ਰੇਟ ਇੰਡੀਅਨ ਡੈਜ਼ਰਟ, ਜਿਹੜਾ ਆਪਣਾ ਥਾਰ ਡੈਜ਼ਰਟ ਹੈ ਜੀ, ਕਹਿੰਦੇ ਕਿੱਥੇ ਲੋਕੇਟਡ ਹੈ। ਜਿਹੜਾ ਆਪਣਾ ਥਾਰ ਡੈਜ਼ਰਟ ਹੈ ਉਹ ਕਹਿ ਲਓ ਭਾਰਤ ਦੇ ਵੈਸਟਰਨ ਸਾਈਡ 'ਤੇ ਲੋਕੇਟਡ ਹੈ, ਆਪਸ਼ਨ B। ਪੱਛਮੀ ਸਾਈਡ ਦੇ ਉੱਤੇ ਆਪਣਾ ਆਪਾਂ ਜਾਣਦੇ ਹਾਂ ਪੰਜਾਬ ਤੋਂ ਜਸਟ ਥੱਲੇ ਲੋਕੇਟ ਕਰਦਾ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਆ ਗਿਆ ਜੀ ਨੈਕਸਟ ਕੁਐਸਚਨ। ਵਿਚ ਜੀਓਗ੍ਰਾਫੀਕਲ ਲਾਈਨ ਪਾਸ ਥਰੂ ਇੰਡੀਆ। ਇਹ ਕੁਐਸਚਨ ਆਪਾਂ ਪਹਿਲਾਂ ਵੀ ਡਿਸਕਸ ਕਰ ਆਏ ਹਾਂ। ਕਹਿੰਦੇ ਕਿਹੜੀ ਜੀਓਗ੍ਰਾਫੀਕਲ ਲਾਈਨ ਹੈ ਜਿਹੜੀ ਉਹ ਪਾਸ ਕਰਦੀ ਹੈ ਇੰਡੀਆ ਨੂੰ, ਇਹ ਹੈ ਜੀ ਆਪਣੇ ਕੋਲ ਟ੍ਰੋਪਿਕ ਆਫ ਕੈਂਸਰ, ਆਪਸ਼ਨ D। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਆਪਸ਼ਨ 53 ਆ ਗਿਆ ਆਪਣੇ ਕੋਲ ਕੁਐਸਚਨ। ਦ ਪਲੇਸ ਲੱਦਾਖ ਸਿਚੁਏਟਡ ਇਨ ਇੰਡੀਆ ਇਜ਼। ਕਹਿੰਦੇ ਜੋ ਲੱਦਾਖ ਪਲੇਸ ਹੈ ਉਹ ਕਿੱਥੇ ਕੀ ਹੈ, ਉਹ ਜੋ ਲੱਦਾਖ ਹੈ ਉਹ ਆਪਣੇ ਕੋਲ ਇੱਕ ਕੋਲਡ ਡੈਜ਼ਰਟ ਹੈ ਜਿਹਨੂੰ ਬੋਲਿਆ ਜਾਂਦਾ ਹੈ ਠੰਡਾ ਰੇਗਿਸਤਾਨ। ਜਿਵੇਂ ਆਪਣਾ ਥਾਰ ਰੇਗਿਸਤਾਨ ਹੈ ਇੱਕ ਗਰਮ ਰੇਗਿਸਤਾਨ ਹੈ,
ਤੇ ਉਸੇ ਤਰ੍ਹਾਂ ਹੀ ਆਪਣੇ ਕੋਲ ਲੱਦਾਖ ਹੈ ਜਿਹੜਾ ਉਹ ਕੀ ਹੈ ਇੱਕ ਕੋਲਡ ਰੇਗਿਸਤਾਨ। ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਆ ਗਿਆ ਜੀ ਆਪਣੇ ਕੋਲ, ਫੋਰੈਸਟ ਰਿਸਰਚ ਇੰਸਟੀਟਿਊਟ ਇਜ਼ ਲੋਕੇਟਡ ਇਨ ਵਿਚ ਆਫ ਦਾ ਸਿਟੀ। ਦੇਖੋ ਫੋਰੈਸਟ ਰਿਸਰਚ ਦੇ ਨਾਲ ਜਾਂ ਜੇ ਕਹਿ ਲਓ ਫੋਰੈਸਟ ਨਾਲ ਜਿੰਨੀਆਂ ਵੀ ਗੱਲਾਂ ਪੁੱਛੀਆਂ ਜਾਂਦੀਆਂ ਲਗਭਗ ਇਹਨਾਂ ਦਾ ਆਨਸਰ ਆਪਣੇ ਕੋਲ ਬਣਦਾ ਜੀ ਦੇਹਰਾਦੂਨ। ਦੇਹਰਾਦੂਨ ਤੋਂ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ, ਆਪਣੀ ਜਿਹੜੀ ਸਭ ਤੋਂ ਪੁਰਾਣੀ ਨੈਸ਼ਨਲ ਪਾਰਕ ਜਿਮ ਕਾਰਬੇਟ ਨੈਸ਼ਨਲ ਪਾਰਕ, ਜਿਹਦਾ ਹਾਲ ਹੀ ਵਿੱਚ ਨਾਮ ਚੇਂਜ ਕਰਨ ਬਾਰੇ ਸੋਚਿਆ ਜਾ ਰਿਹਾ, ਇਹ ਉੱਥੋਂ ਤੁਸੀਂ ਯਾਦ ਰੱਖ ਲਿਓ, ਸਭ ਤੋਂ ਪੁਰਾਣੀ ਨੈਸ਼ਨਲ ਪਾਰਕ ਹੈ। ਤੇ ਫੋਰੈਸਟ ਰਿਸਰਚ ਇੰਸਟੀਟਿਊਟ ਵੀ ਆਪਣਾ ਦੇਹਰਾਦੂਨ ਵਿੱਚ ਹੀ ਸਥਿਤ ਹੈ। ਚਲਦੇ ਹਾਂ ਜੀ ਅੱਗੇ। ਨੈਕਸਟ ਕੁਐਸਚਨ ਆ ਗਿਆ, ਕਹਿੰਦੇ ਕੋਲਕਾਤਾ ਇਜ਼ ਸਿਚੁਏਟਡ ਔਨ ਦਾ ਬੈਂਕ ਆਫ ਦ ਰਿਵਰ। ਹੁਣ ਕਹਿੰਦੇ ਕੋਲਕਾਤਾ ਇਹ ਕਿਹੜੀ ਰਿਵਰ ਦੇ ਬੈਂਕ ਤੇ ਸਿਚੁਏਟਡ ਹੈ? ਇਹ ਰਿਵਰ ਦਾ ਨਾਮ ਹੈ ਜੀ ਰਿਵਰ ਹੁਗਲੀ, ਆਪਸ਼ਨ ਏ। ਚਲਦੇ ਹਾਂ ਅੱਗੇ। ਕਹਿੰਦੇ ਸਟਾਰਸ ਵਿਚ ਆਰ ਫਾਰਮਡ ਫਰੋਮ ਕਲਾਊਡ ਐਂਡ ਡਸਟ ਗੈਸਿਸ ਆਰ ਕੋਲਡ ਡੈਸ਼। ਜਿਹੜੇ ਸਟਾਰ ਆਪਣੇ ਕੋਲ ਡਸਟ ਤੇ ਗੈਸਿਸ ਤੋਂ ਬਣੇ ਹੁੰਦੇ ਨੇ ਇਹਨਾਂ ਨੂੰ ਕੀ ਬੋਲਿਆ ਜਾਂਦਾ ਹੈ? ਇਹਨਾਂ ਨੂੰ ਬੋਲਿਆ ਜਾਂਦਾ ਜੀ ਆਪਣੇ ਕੋਲ ਨੈਬੂਲਾ, ਆਪਸ਼ਨ ਸੀ ਨੈਬੂਲਾ ਬੋਲਿਆ ਜਾਂਦਾ ਹੈ, ਜਿਹੜੇ ਸਟਾਰ ਹੁੰਦੇ ਨੇ ਆਪਣੇ ਕੋਲ ਡਸਟ ਤੇ ਗੈਸਿਸ ਤੋਂ ਬਣੇ ਹੁੰਦੇ ਨੇ। ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਫਿਰ ਆਪਣੇ ਕੋਲ ਸੌਰ ਮੰਡਲ ਵਿੱਚੋਂ ਸੋਲਰ ਸਿਸਟਮ ਵਿੱਚੋਂ ਕੁਐਸਚਨ ਆ ਗਿਆ, ਵਿਚ ਪਲੈਨਟ ਇਜ਼ ਆਲਸੋ ਕੋਲਡ ਰੈੱਡ ਪਲੈਨਟ। ਲਾਲ ਗ੍ਰਹਿ ਕਿਸ ਨੂੰ ਆਖਿਆ ਜਾਂਦਾ ਹੈ? ਇਹ ਹੈ ਜੀ ਆਪਣੇ ਕੋਲ ਆਪਸ਼ਨ ਏ ਮਾਰਸ। ਜਿਹੜਾ ਮਾਰਸ ਹੈ ਮੰਗਲ ਹੈ, ਇਸ ਨੂੰ ਬੋਲਿਆ ਜਾਂਦਾ ਹੈ ਲਾਲ ਗ੍ਰਹਿ। ਚਲਦੇ ਹਾਂ ਅੱਗੇ। ਕਹਿੰਦੇ ਪੀਰ ਪੰਜਲ ਰੇਂਜ ਇਜ਼ ਲੋਕੇਟਡ ਇਨ ਵਿਚ ਆਫ ਦਾ ਫੋਲੋਇੰਗ ਸਟੇਟ। ਪੀਰ ਪੰਜਲ ਰੇਂਜ ਹੈ ਜਿਹੜੀ ਇਹ ਕਿਹੜੀ ਸਟੇਟ ਦੇ ਵਿੱਚ ਹੈ? ਇਹ ਹੈ ਜੀ ਆਪਣੇ ਕੋਲ ਜੰਮੂ ਤੇ ਕਸ਼ਮੀਰ ਦੇ ਵਿੱਚ, ਆਪਸ਼ਨ ਸੀ। ਅੱਗੇ ਆ ਜਾਓ। ਕਹਿੰਦੇ ਦ ਕਾਵੇਰੀ ਰਿਵਰ ਡਿਸਪਿਊਟ ਇਜ਼ ਇਨ ਦ ਤਮਿਲਨਾਡੂ ਐਂਡ ਵਿਚ ਸਟੇਟ। ਹੁਣ ਇਹ ਵੈਸੇ ਤਾਂ ਆਪਣਾ ਕਰੰਟ ਅਫੇਅਰ ਦਾ ਕੁਐਸਚਨ ਹੈ, ਉਸ ਟਾਈਮ 'ਤੇ ਕਰੰਟ ਅਫੇਅਰ ਚੱਲ ਰਿਹਾ ਹੋਏਗਾ ਤੇ ਪੁੱਛਿਆ ਗਿਆ। ਵੈਸੇ ਹੁਣ ਇਸ ਵੇਲੇ ਇੰਨੀ ਇੰਪੋਰਟੈਂਸ ਦਾ ਨਹੀਂ ਹੈਗਾ, ਬਟ ਫਿਰ ਵੀ ਤੁਸੀਂ ਇਹਨੂੰ ਯਾਦ ਰੱਖ ਲਓ। ਤਮਿਲਨਾਡੂ ਤੇ ਕਰਨਾਟਕਾ ਦੇ ਵਿੱਚ ਕਾਵੇਰੀ ਰਿਵਰ ਦਾ ਡਿਸਪਿਊਟ ਚੱਲ ਰਿਹਾ ਸੀ। ਚਲਦੇ ਹਾਂ ਅੱਗੇ। ਹੁਣ ਆਪਣੇ ਕੋਲ ਐਗਜ਼ਾਮੀਨਰ ਨੇ ਅਗਲਾ ਕੁਐਸਚਨ ਪੁੱਛਿਆ, ਕਹਿੰਦੇ ਵਿਚ ਇਜ਼ ਦ ਕਰੈਕਟ ਆਰਡਰ ਆਫ ਔਰ ਦ ਸੀਕੁਐਂਸ ਇਨ ਵਿਚ ਸਟੇਟਸ ਇਨ ਇੰਡੀਆ ਆਰ ਫਰਦਰ ਸਬ ਡਿਵਾਈਡਡ। ਸਟੇਟ ਨੂੰ ਕਿਹੜੇ ਤਰੀਕੇ ਦੇ ਨਾਲ ਅੱਗੇ ਡਿਵਾਈਡ ਕੀਤਾ ਗਿਆ? ਇਹਨੂੰ ਆਪਸ਼ਨ ਏ ਨੂੰ ਇਹ ਦੇਖੋ, ਧਿਆਨ ਨਾਲ ਦੇਖੋ ਕੀ ਹੈ ਆਪਣੇ ਕੋਲ, ਡਿਸਟ੍ਰਿਕਟ, ਤਹਿਸੀਲ ਤੇ ਪਰਗਨਾਸ। ਠੀਕ ਹੈ ਜੀ, ਡਿਸਟ੍ਰਿਕਟ, ਤਹਿਸੀਲ ਤੇ ਪਰਗਨਾਸ ਦੀ ਫਾਰਮ ਦੇ ਵਿੱਚ ਅੱਗੇ ਫਰਦਰ ਜਿਹੜੀ ਡਿਵਾਈਡੇਸ਼ਨ ਹੈ ਉਹ ਕੀਤੀ ਹੋਈ ਹੈ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਦ ਐਗਜ਼ੀਕਿਊਟਿਵ ਪਾਵਰਸ ਆਫ ਦ ਸਟੇਟ ਆਰ ਵੈਸਟਡ ਇਨ। ਜਿਹੜੀਆਂ ਐਗਜ਼ੀਕਿਊਟਿਵ ਪਾਵਰ ਨੇ ਸਟੇਟ ਦੀਆਂ ਕਿਹਦੇ ਵਿੱਚ ਹੁੰਦੀਆਂ? ਉਹ ਸਾਰੀਆਂ ਐਗਜ਼ੀਕਿਊਟਿਵ ਪਾਵਰ ਹੁੰਦੀਆਂ ਜੀ ਗਵਰਨਰ ਕੋਲ। ਜੇ ਪੁੱਛ ਲਿਆ ਜਾਵੇ ਐਗਜ਼ੀਕਿਊਟਿਵ ਪਾਵਰ ਪੂਰੇ ਇੰਡੀਆ ਦੀਆਂ, ਉਹ ਹੋਣਗੀਆਂ ਪ੍ਰੈਜ਼ੀਡੈਂਟ ਕੋਲ। ਜਿਵੇਂ ਪੂਰੇ ਭਾਰਤ ਦੇ ਲਈ ਪ੍ਰੈਜ਼ੀਡੈਂਟ ਹੈ, ਉਵੇਂ ਹੀ ਇੱਕ ਸਟੇਟ ਦੇ ਲਈ ਆਪਣੇ ਕੋਲ ਗਵਰਨਰ ਹੈ। ਅੱਗੇ ਚੱਲਦੇ ਹਾਂ। ਕਹਿੰਦੇ 62 ਕੁਐਸਚਨ, ਰੁਕੋ ਮੈਂ ਪ੍ਰੋਪਰਲੀ ਮਾਰਕ ਕਰਦਾ। A judge of Supreme Court of India can be removed from the office by। ਕਹਿੰਦੇ ਜੱਜ ਆਫ ਇੰਡੀਆ ਨੂੰ, ਜੱਜ ਆਫ ਸੁਪਰੀਮ ਕੋਰਟ ਨੂੰ ਕਿਵੇਂ ਰਿਮੂਵ ਕੀਤਾ ਜਾ ਸਕਦਾ ਹੈ? ਇਹਨੂੰ ਰਿਮੂਵ ਕੀਤਾ ਜਾ ਸਕਦਾ ਹੈ ਪ੍ਰੈਜ਼ੀਡੈਂਟ ਦੁਆਰਾ, ਪਰ ਕਦੋਂ? ਆਪਸ਼ਨ ਬੀ ਬਾਏ ਰੈਜ਼ੋਲੂਸ਼ਨ ਬਾਏ ਪਾਰਲੀਮੈਂਟ। ਜਦੋਂ ਪਾਰਲੀਮੈਂਟ ਦੀ ਰੈਜ਼ੋਲੂਸ਼ਨ ਪ੍ਰੈਜ਼ੀਡੈਂਟ ਕੋਲ ਜਾਏਗੀ ਤੇ ਉਦੋਂ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਨੈਕਸਟ ਆਪਣਾ ਕੁਐਸਚਨ ਹੈ, which of the following amongst is the innermost layer of earth। ਅਰਥ ਦੀ innermost layer ਕਿਹੜੀ ਹੈ? ਯਾਦ ਰੱਖਣਾ ਸਭ ਤੋਂ ਆਊਟਰਮੋਸਟ ਕਰਸਟ, ਵਿਚਕਾਰ ਵਾਲੀ ਮੈਂਟਲ ਤੇ ਅੰਦਰ ਵਾਲੀ ਆਪਣੇ ਕੋਲ ਲੇਅਰ ਆ ਜਾਂਦੀ ਹੈ ਜੀ ਕੋਰ, ਆਪਸ਼ਨ ਸੀ। ਚਲਦੇ ਹਾਂ ਅਗਲੇ ਕੁਐਸਚਨ ਵੱਲ। ਕਹਿੰਦੇ ਮਸ਼ਰੂਮ ਰੌਕਸ ਆਰ ਫਾਰਮਡ ਇਨ। ਜਿਹੜੀਆਂ ਮਸ਼ਰੂਮ ਰੌਕਸ ਨੇ ਉਹ ਕਿੱਥੇ ਬਣਦੀਆਂ ਨੇ? ਹੁਣ ਜਿਹੜੀਆਂ ਮਸ਼ਰੂਮ ਰੌਕਸ ਹੁੰਦੀਆਂ ਜੀ ਆਪਣੇ ਕੋਲ, ਇਹ ਬਣਦੀਆਂ ਨੇ ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ ਇੱਕ ਟਾਈਪ ਦੀਆਂ ਰੌਕਸ ਪਾਈਆਂ ਜਾਂਦੀਆਂ, ਇਹਨਾਂ ਨੂੰ ਬੋਲਿਆ ਜਾਂਦਾ ਹੈ ਮਸ਼ਰੂਮ ਰੌਕਸ। ਅਗਲਾ ਕੁਐਸਚਨ ਆ ਗਿਆ ਜੀ ਆਪਣੇ ਕੋਲ, ਆਏ ਆਪਣਾ ਜਿਓਗ੍ਰਾਫੀ ਦੇ ਵਿੱਚੋਂ ਕੁਐਸਚਨ ਪਾਇਆ ਗਿਆ, ਵਿਚ ਆਫ ਦਾ ਫੋਲੋਇੰਗ ਲੇਅਰਸ ਆਫ ਐਟਮੋਸਫੇਅਰ ਇਜ਼ ਫ੍ਰੀ ਫਰੋਮ ਕਲਾਊਡਸ। ਇਹਨਾਂ ਵਿੱਚੋਂ ਕਿਹੜੀ ਲੇਅਰ ਹੈ ਜਿਹੜੀ ਉਹ ਜਿਹਦੇ ਵਿੱਚ ਕਲਾਊਡ ਨਹੀਂ ਹੈਗੇ, ਫ੍ਰੀ ਫਰੋਮ ਕਲਾਊਡਸ ਹੈ? ਇਹ ਲੇਅਰ ਹੈ ਜੀ ਆਪਣੇ ਕੋਲ ਆਪਸ਼ਨ ਡੀ ਥਰਮੋਸਫੇਅਰ। ਠੀਕ ਹੈ ਜੀ। ਚਲਦੇ ਹਾਂ ਅੱਗੇ। ਵਿਚ ਇਜ਼ ਦ ਲਾਰਜੈਸਟ ਵਰਲਡਸ ਲਾਰਜੈਸਟ ਟੈਂਪਲ ਇਜ਼ ਲੋਕੇਟਡ ਇਨ ਵਿਚ ਆਫ ਦ ਫੋਲੋਇੰਗ ਕੰਟਰੀਜ਼। ਜਿਹੜਾ ਕਹਿੰਦੇ ਵਰਲਡ ਦਾ ਲਾਰਜੈਸਟ ਟੈਂਪਲ ਹੈ ਉਹ ਕਿੱਥੇ ਹੈ ਜੀ? ਇਹ ਬਹੁਤ ਵੱਡਾ ਟੈਂਪਲ ਹੈ, ਲਗਭਗ ਇਹ 500 ਤੋਂ 600 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਇਹ ਟੈਂਪਲ ਹੈ ਜੀ ਆਪਣੇ ਕੋਲ ਆਪਸ਼ਨ ਡੀ ਕੰਬੋਡੀਆ ਦੇ ਵਿੱਚ। ਇਹ ਹਿੰਦੂ ਟੈਂਪਲ ਹੈ ਜਿਹੜਾ ਕੀ ਹੈ ਜੀ ਸਭ ਤੋਂ ਵੱਡਾ ਟੈਂਪਲ ਹੈ ਤੇ ਕੰਬੋਡੀਆ ਕੰਟਰੀ ਦੇ ਵਿੱਚ, ਇਸ ਨੂੰ ਯਾਦ ਰੱਖਣਾ। ਅੱਗੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਆ ਗਿਆ,
ਵਿਚ ਆਫ ਦ ਫੋਲੋਇੰਗ ਇਜ਼ ਨੋਨ ਐਜ਼ ਗੋਲਡ ਕੈਪੀਟਲ ਆਫ ਵਰਲਡ। ਗੋਲਡ ਕੈਪੀਟਲ ਆਫ ਵਰਲਡ ਕਿਸ ਨੂੰ ਬੋਲਿਆ ਜਾਂਦਾ ਹੈ? ਇੱਥੇ ਆਪਣੇ ਕੋਲ ਆਨਸਰ ਬਣੇਗਾ ਜੀ ਇਹਦਾ ਜੋਹੈਨਸਬਰਗ। ਆਪਸ਼ਨ ਏ ਜੋਹੈਨਸਬਰਗ ਨੂੰ ਵਰਲਡ ਦੀ ਗੋਲਡ ਕੈਪੀਟਲ ਬੋਲਿਆ ਜਾਂਦਾ ਹੈ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ। ਕੁਐਸਚਨ 'ਚ ਪੁੱਛਦੇ ਨੇ ਨਰੋਰਾ ਐਟੋਮਿਕ ਪਾਵਰ ਪਲਾਂਟ ਇਜ਼ ਲੋਕੇਟਿਡ ਇਨ ਵਿਚ ਡਿਸਟ੍ਰਿਕਟ ਆਫ ਉੱਤਰ ਪ੍ਰਦੇਸ਼। ਦੇਖੋ ਜਿੰਨੇ ਵੀ ਪਾਵਰ ਪਲਾਂਟ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਸੋ ਇਹਨਾਂ ਨੂੰ ਬਿਲਕੁਲ ਨਹੀਂ ਛੱਡਣਾ। ਇਹ ਆਪਣੇ ਕੋਲ ਜੀ ਬਾਰਾਬੰਕੀ ਡਿਸਟ੍ਰਿਕਟ ਦੇ ਵਿੱਚ ਯੂਪੀ ਦੇ ਵਿੱਚ ਪੈ ਜਾਂਦਾ ਹੈ ਨਰੋਰਾ ਐਟੋਮਿਕ ਪਲਾਂਟ। ਸੋ ਆਪਸ਼ਨ ਇੱਥੇ ਆਪਣਾ ਕੀ ਬਣ ਜਾਏਗਾ? ਏ। ਚਲਦੇ ਹਾਂ ਅੱਗੇ। ਫਿਰ ਆਪਣਾ ਇੱਕ ਸਾਹਿਤਯ ਵਿੱਚੋਂ ਕੁਐਸਚਨ ਆ ਗਿਆ। ਦੇਖੋ ਤੁਸੀਂ ਕੁਐਸਚਨਸ ਦੀ ਵੈਰਾਈਟੀ ਦੇਖੋ ਕਿਸ ਤਰ੍ਹਾਂ ਜੀਐਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਕੁਐਸਚਨਸ ਪੁੱਛੇ ਜਾ ਸਕਦੇ ਨੇ। ਸੋ ਬੈਟਰ ਇਹ ਹੈ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਟਰਾਈ ਕਰੋ। ਕੁਐਸਚਨਸ ਦੇ ਹਲਕੇ ਤੁਸੀਂ ਇਹਨਾਂ ਨੂੰ ਰਿਟਨ ਪ੍ਰੈਕਟਿਸ ਕਰੋ। ਕਹਿੰਦੇ ਨੇ 100 ਵਾਰੀ ਯਾਦ ਕੀਤਾ ਤੇ ਇੱਕ ਵਾਰੀ ਲਿਖਿਆ ਇੱਕ ਬਰਾਬਰ ਹੁੰਦਾ। ਉਸੇ ਤਰ੍ਹਾਂ ਅਗਰ ਤੁਸੀਂ ਪ੍ਰੋਪਰਲੀ ਰਿਟਨ ਪ੍ਰੈਕਟਿਸ ਕਰੋਗੇ, ਥੋੜ੍ਹਾ ਨੋਟਸ ਦੀ ਫਾਰਮ 'ਚ ਕੰਮ ਨੂੰ ਕਰੋਗੇ ਤੇ ਇਸ ਨੂੰ ਤੁਸੀਂ ਜ਼ਿਆਦਾ ਲੰਮੇ ਸਮੇਂ ਤੱਕ ਯਾਦ ਰੱਖ ਸਕਦੇ ਹੋ। ਸੋ ਜਿਹੜਾ ਇੱਥੇ ਆਪਣੇ ਕੋਲ ਕੁਐਸਚਨ ਹੈ, ਕਹਿੰਦੇ ਇੰਡੀਕਾ ਬੁੱਕ ਕਿਹਨਾਂ ਦੁਆਰਾ ਲਿਖੀ ਗਈ ਸੀ? ਆਪਣੇ ਕੋਲ ਇੱਥੇ ਆਪਸ਼ਨ ਬਣੇਗੀ ਜੀ ਏ ਮਾਗਾਸਟੇਨਸ ਦੁਆਰਾ ਜਿਹੜੀ ਇਹ ਬੁੱਕ ਸੀ ਲਿਖੀ ਗਈ ਸੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਰਾਜ ਤਿਰੰਗਨੀ ਗਿਵਜ਼ ਅ ਰਿਲਾਇਬਲ ਹਿਸਟਰੀ ਆਫ ਵਿਚ ਆਫ ਦ ਫੋਲੋਇੰਗ ਇੰਡੀਅਨ ਸਟੇਟ। ਇਹ ਇੱਕ ਕਹਿ ਲਓ ਰਿਟਨ ਬੁੱਕ ਹੈ, ਬੁੱਕ ਦੀ ਫਾਰਮ ਵਿੱਚ ਇਹਦੇ ਅੱਗੇ ਅਲੱਗ-ਅਲੱਗ ਸਭ ਪਾਰਟਸ ਨੇ। ਇਹ ਕਿਹੜੀ ਇੰਡੀਅਨ ਸਟੇਟ ਦੀ ਆਪਾਂ ਨੂੰ ਹਿਸਟਰੀ ਦੱਸਦਾ? ਇਹ ਦੱਸਦਾ ਜੀ ਕਸ਼ਮੀਰ ਦੀ। ਠੀਕ ਹੈ ਜੀ। ਰਾਜ ਤਿਰੰਗਿਨੀ ਇਹਦੇ 'ਚ ਫਿਰ ਅੱਗੇ ਬੁੱਕਸ ਬਣੀਆਂ ਹੋਈਆਂ, ਇਹਨਾਂ ਨੂੰ ਤਿਰੰਗਾ ਵੇਵਸ ਦੀ ਫਾਰਮ 'ਚ ਇਹਨਾਂ ਦੀਆਂ ਅੱਗੇ 7 ਜਾਂ 8 ਬੁੱਕਸ ਹੈਗੀਆਂ, ਉਹ ਪੂਰੀ ਕਸ਼ਮੀਰ ਦੀ ਹਿਸਟਰੀ ਨੂੰ ਦੱਸਦੀਆਂ। ਚਲਦੇ ਹਾਂ ਜੀ ਅੱਗੇ। ਕਹਿੰਦੇ ਦ ਸਕੀਮ ਆਫ ਲੋਕਲ ਫਾਈਨੈਂਸ ਵਾਜ਼ ਇੰਟਰੋਡਿਊਸਡ ਬਾਈ ਵਿਚ ਆਫ ਦ ਫੋਲੋਇੰਗ। ਲੋਕਲ ਫਾਈਨੈਂਸ ਦੀ ਜਿਹੜੀ ਸਕੀਮ ਸੀ ਇਸ ਨੂੰ ਕਿਸ ਨੇ ਚਲਾਇਆ? ਇਹ ਚਲਾਇਆ ਸੀ ਲਾਰਡ ਮਾਇਓ ਨੇ। ਆਪਸ਼ਨ ਬੀ ਹੈ ਜਿਹੜੀ ਆਪਣੇ ਕੋਲ ਕਰੈਕਟ ਆਨਸਰ ਬਣੇਗੀ। ਲਾਰਡ ਮਾਇਓ ਨੇ ਆਪਾਂ ਨੂੰ ਜਿਹੜਾ ਲੋਕਲ ਫਾਈਨੈਂਸ ਦੀ ਇਹ ਸਕੀਮ ਕਹਿ ਲਓ ਇੰਡੀਅਨਸ ਨੂੰ ਦਿੱਤੀ ਸੀ। ਚਲਦੇ ਹਾਂ ਜੀ ਅੱਗੇ। ਨੈਕਸਟ ਕੁਐਸਚਨ ਆ ਗਿਆ ਇੰਡੀਆ ਵਿਨਸ ਫਰੀडम ਅ ਨੋਵਲ ਰਿਟਨ ਬਾਏ। ਜਿਹੜਾ ਇੰਡੀਆ ਵਿਨਸ ਫਰੀडम ਨੋਵਲ ਕਿਹਨਾਂ ਦੁਆਰਾ ਲਿਖਿਆ ਗਿਆ ਸੀ? ਇਹ ਨੋਵਲ ਲਿਖਿਆ ਗਿਆ ਸੀ ਜੀ ਸੁਭਾਸ਼ ਚੰਦਰ ਬੋਸ ਜੀ ਦੁਆਰਾ। ਇੰਡੀਆ ਵਿਨਸ ਨੋਵਲ। ਦੇਖੋ ਜਿਹੜੀਆਂ ਕੁਝ ਖਾਸ ਕਿਤਾਬਾਂ ਗਈਆਂ ਜਿਹੜੀਆਂ ਪ੍ਰੀਵੀਅਸ ਈਅਰਸ ਵਿੱਚ ਆਈਆਂ ਹੋਈਆਂ, ਇਹਨਾਂ ਨੂੰ ਤਾਂ ਆਪਾਂ ਜ਼ਰੂਰ ਹੀ ਨੋਟ ਕਰ ਲੈਣਾ, ਕਿਉਂਕਿ ਆਪਾਂ ਨੂੰ ਪਤਾ ਹੈ ਇਹ ਕੁਛ ਐਵੇਂ ਦੇ ਕੁਐਸਚਨਸ ਨੇ ਆਪਾਂ ਸਾਰੇ ਨਹੀਂ ਕਰ ਸਕਦੇ, ਪਰ ਜਿੰਨੇ ਕੁ ਆਪਣੇ ਕੋਲ ਪੋਸੀਬਲ ਹੈਗੇ ਨੇ ਉਹ ਸਾਰੇ ਤਾਂ ਆਪਾਂ ਕੰਪਲੀਟ ਕਰ ਸਕਦੇ ਹਾਂ। ਚਲਦੇ ਹਾਂ ਜੀ ਅੱਗੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਗਿਆ। ਕਹਿੰਦੇ ਵਿਚ ਆਫ ਦ ਫੋਲੋਇੰਗ ਗਵਰਨਰ ਜਨਰਲ ਸਟਾਰਟਿਡ ਦ ਇੰਡੀਅਨ ਸਿਵਲ ਸਰਵਿਸਿਜ਼ ਐਗਜ਼ਾਮ। ਇੰਡੀਅਨ ਸਿਵਲ ਸਰਵਿਸਿਜ਼ ਐਗਜ਼ਾਮ ਸੀ, ਇਹਨਾਂ ਵਿੱਚੋਂ ਕਿਹਨਾਂ ਨੇ ਸਟਾਰਟ ਕੀਤਾ ਸੀ? ਇਹ ਸੀ ਜੀ ਆਪਣੇ ਕੋਲ ਆਪਸ਼ਨ ਸੀ ਵਾਲੇ ਲਾਰਡ ਕਾਰਨਵੈਲਿਸ। ਇਹਨਾਂ ਨੇ ਕੀ ਕੀਤਾ ਸੀ? ਇੰਡੀਅਨ ਸਿਵਲ ਸਰਵਿਸਿਜ਼ ਐਗਜ਼ਾਮ ਸੀ ਜਿਹੜਾ ਸਟਾਰਟ ਕੀਤਾ ਸੀ। ਨੈਕਸਟ ਕੁਐਸਚਨ ਆਪਣੀ ਇੰਡੀਅਨ ਜੀਓਗ੍ਰਾਫੀ ਦੇ ਵਿੱਚੋਂ ਆ ਗਿਆ ਜੀ। ਆਪਣੇ ਕੋਲ ਕੁਐਸਚਨ ਹੈ ਜਾਦੂਗੁਦਾ ਜਿਹੜੀ ਮਾਈਨ ਹੈ ਉਹ ਝਾਰਖੰਡ ਦੇ ਵਿੱਚ ਕਿਸ ਚੀਜ਼ ਲਈ ਫੇਮਸ ਹੈ? ਇੰਗਲਿਸ਼ ਪੜ੍ਹ ਦੇਣਾ। ਜਾਦੂਗੁਦਾ ਮਾਈਨ ਇਨ ਝਾਰਖੰਡ ਇਜ਼ ਫੇਮਸ ਫॉर। ਜਿਹੜੀ ਜਾਦੂਗੁਦਾ ਮਾਈਨ ਹੈ ਇਹ ਆਪਣੇ ਕੋਲ ਜੀ ਯੂਰੇਨੀਅਮ ਦੇ ਲਈ ਫੇਮਸ ਹੈ। ਯਾਦ ਰੱਖਣਾ ਹੈ ਕੁਝ ਸਪੈਸ਼ਲ ਜਿਹੜੀਆਂ ਮਾਈਨਸ ਨੇ, ਰੇਅਰ ਮਾਈਨਸ ਨੇ, ਇਹਨਾਂ 'ਤੇ ਵੀ ਵਾਰ-ਵਾਰ ਕੁਐਸਚਨ ਪੁੱਛ ਲੈਂਦੇ ਨੇ, ਸੋ ਇਸ ਨੂੰ ਯਾਦ ਰੱਖਣਾ ਹੈ। ਅਗਲਾ ਕੁਐਸਚਨ ਆ ਗਿਆ ਫਾਊਂਡੇਸ਼ਨ ਆਫ ਜਾਮਾ ਮਸਜਿਦ ਆਫ ਦਿੱਲੀ ਵਾਜ਼ ਲੈਡ ਬਾਈ। ਜਾਮਾ ਮਸਜਿਦ ਦੀ ਨੀਂਹ ਕਿਸ ਨੇ ਰੱਖੀ? ਜਿਹੜੀ ਜਾਮਾ ਮਸਜਿਦ ਦੀ ਨੀਂਹ ਸੀ ਇਹ ਰੱਖੀ ਸੀ ਜੀ ਸ਼ਾਹ ਜਹਾਂ ਨੇ। ਸੋ ਚਲਦੇ ਹਾਂ ਅੱਗੇ। ਅਗਲਾ ਕੁਐਸਚਨ ਆ ਗਿਆ ਜੀ। ਕਹਿੰਦੇ ਬਾਬਰ ਅਜ਼ਿਊਮਡ ਦ ਟਾਈਟਲ ਆਫ ਗਾਜ਼ੀ ਆਫਟਰ ਵਿਚ ਆਫ ਦ ਫੋਲੋਇੰਗ ਬੈਟਲ। ਹਿਸਟਰੀ ਦਾ ਬੜਾ ਪੈਟ ਜਿਹਾ ਕੁਐਸਚਨ ਹੈ, ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਜਿਹੜਾ ਗਾਜ਼ੀ ਦਾ ਟਾਈਟਲ ਹੈ ਇਹ ਬਾਬਰ ਨੂੰ ਕਦੋਂ ਮਿਲਿਆ ਸੀ? ਇਹ ਮਿਲਿਆ ਸੀ ਜੀ ਬੈਟਲ ਆਫ ਖਾਨਵਾ ਤੋਂ ਬਾਅਦ। ਬੈਟਲ ਆਫ ਖਾਨਵਾ ਤੋਂ ਬਾਅਦ ਬਾਬਰ ਨੂੰ ਗਾਜ਼ੀ ਕਹਿਣ ਲੱਗ ਗਏ ਸੀ। ਆਪਸ਼ਨ ਬੀ। ਅੱਗੇ ਚਲਦੇ ਹਾਂ ਜੀ। ਹੂ ਵਾਜ਼ ਦ ਫਸਟ ਵੂਮਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਬਹੁਤ ਹੀ ਅੱਛਾ ਅਤੇ ਬਹੁਤ ਹੀ ਜ਼ਿਆਦਾ ਰਿਪੀਟ ਹੋਣ ਵਾਲਾ ਕੁਐਸਚਨ। ਇਹਦਾ ਆਨਸਰ ਹੈ ਜੀ ਐਨੀ ਬੈਸੈਂਟ। ਅਗਰ ਕੁਐਸਚਨ ਦੇ ਵਿੱਚ ਇੱਕ ਵਰਡ ਐਡ ਕਰ ਦਿੰਦੇ ਹੂ ਵਾਜ਼ ਦ ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ, ਅਤੇ ਆਪਸ਼ਨ ਆ ਜਾਣਾ ਸੀ ਇੱਥੇ ਆਪਣੇ ਕੋਲ ਸਰੋਜਨੀ ਨਾਇਡੂ। ਸੋ ਇਹਨੂੰ ਬਿਲਕੁਲ ਕਨਫਿਊਜ਼ ਨਹੀਂ ਹੋਣਾ। ਪਹਿਲਾਂ ਵੀ ਆਪਾਂ ਇੱਕ ਐਵੇਂ ਦਾ ਕੁਐਸਚਨ ਕਰ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਦੇਖਿਆ ਸੀ ਅਗਰ ਇੰਡੀਅਨ ਵਰਡ ਆ ਜਾਏ ਤਾਂ ਆਨਸਰ ਆਪਣਾ ਬਦਲ ਜਾਣਾ, ਅਤੇ ਜੇ ਨੋਰਮਲ ਪੁੱਛਿਆ ਜਾਵੇ ਤਾਂ ਆਪਣਾ ਆਨਸਰ ਅਲੱਗ ਆਏਗਾ। ਹੁਣ ਆਪਣੇ ਕੋਲ ਨੈਕਸਟ ਕੁਐਸਚਨ ਆ ਗਿਆ। ਕਹਿੰਦੇ ਵਿਚ ਵਨ ਆਫ ਦ ਫੋਲੋਇੰਗ ਇਜ਼ ਨੋਟ ਅ ਵੇਦਾ। ਇਹਨਾਂ ਵਿੱਚੋਂ ਕਿਹੜਾ ਇੱਕ ਵੇਦ ਨਹੀਂ ਹੈਗਾ? ਪਹਿਲਾਂ ਮੈਂ ਤੁਹਾਨੂੰ ਇਹਦਾ ਆਨਸਰ ਦੱਸਦਾ। ਆਨਸਰ ਹੈ ਜੀ ਮਨੂ ਸਮ੍ਰਿਤੀ। ਇੱਕ ਵੇਦ ਨਹੀਂ ਹੈਗਾ। ਆਪਣੇ ਕੋਲ 4 ਵੇਦ ਨੇ, ਰਿਗਵੇਦ, ਯਜੁਰਵੇਦ, ਅਥਰਵਵੇਦ ਅਤੇ ਸਾਮਵੇਦ। ਇਹ ਹਿੰਦੂ ਧਰਮ ਦੇ 4 ਵੇਦ ਨੇ। ਮਨੂ ਸਮ੍ਰਿਤੀ ਨਾਮ ਦਾ ਕੋਈ ਵੀ ਵੇਦ ਨਹੀਂ ਹੈ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ।
ਕਹਿੰਦੇ ਵਿਚ ਵਨ ਆਫ ਦ ਅਮੰਗਸਟ ਦ ਫੋਲੋਇੰਗ ਵਾਜ਼ ਦ ਮੇਨ ਟ੍ਰੇਡਿੰਗ ਪੋਰਟ ਆਫ ਵਿਜੇਨਗਰ ਐਮਪਾਇਰ ਔਨ ਦ ਵੈਸਟਰਨ ਕੋਸਟ। ਕਹਿੰਦੇ ਵੈਸਟਰਨ ਕੋਸਟ ਦੇ ਉੱਤੇ ਕਿਹੜਾ ਇਹਨਾਂ ਵਿੱਚੋਂ ਜਿਹੜਾ ਮੇਨ ਪੋਰਟ ਸੀ ਕਿਹੜਾ ਮੇਨ ਬੰਦਰਗਾਹ ਸੀ ਜਿੰਦੇ ਦੁਆਰਾ ਕੀ ਹੁੰਦਾ ਸੀ ਮਤਲਬ ਇਹਨਾਂ ਦੇ ਸਭ ਤੋਂ ਜ਼ਿਆਦਾ ਟ੍ਰੇਡ ਹੁੰਦਾ ਸੀ। ਇਹ ਸੀ ਜੀ ਆਪਸ਼ਨ ਏ ਕੈਲੀਕਟ, ਜਿਹੜੇ ਪੋਰਟ ਤੇ ਵਾਸਕੋ ਡਿਗਾਮਾ ਆਏ ਸੀ ਪਹਿਲੀ ਵਾਰ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆ ਗਿਆ ਜੀ ਆਪਣੇ ਕੋਲ ਕੁਐਸਚਨ, ਵਿਚ ਅਮੰਗਸਟ ਦ ਫੋਲੋਇੰਗ ਇਜ਼ ਐਸੋਸੀਏਟਿਡ ਵਿਦ ਦ ਗੇਮ ਆਫ ਗੋਲਫ। ਕਹਿੰਦੇ ਗੇਮ ਆਫ ਗੋਲਫ ਦੇ ਨਾਲ ਕੌਣ ਸੰਬੰਧ ਰੱਖਦਾ। ਉੱਪਰ ਆਪਾਂ ਕੁਐਸਚਨਸ ਕੀਤੇ ਸੀ, ਯਾਦ ਕਰੋ, ਉੱਥੇ ਆਇਆ ਸੀ ਜੀਵ ਸਿੰਘ ਮਿਲਖਾ, ਜਿਹੜੇ ਗੋਲਫ ਦੇ ਨਾਲ ਕੀ ਰੱਖਦੇ ਸੀ, ਸੰਬੰਧ ਰੱਖਦੇ ਸੀ। ਇਹ ਸੀ ਆਪਣੇ 80 ਕੁਐਸਚਨਸ। ਇਸ ਤੋਂ ਬਾਅਦ ਕਰਦੇ ਹਾਂ ਆਪਾਂ ਇਹਨਾਂ ਦਾ ਨੈਕਸਟ ਪਾਰਟ। ਅਗਲਾ ਕੁਐਸਚਨ ਹੈ, ਵਿਚ ਕੰਪੋਨੈਂਟ ਇਜ਼ ਦਾ ਬੈਸਟ ਇੰਡੀਕੇਟਰ ਆਫ ਇਕਨੋਮਿਕ ਡਿਵੈਲਪਮੈਂਟ ਆਫ ਕੰਟਰੀ। ਕਿਸੇ ਵੀ ਕੰਟਰੀ ਦੀ ਇਕਨੋਮਿਕ ਉન્નਤੀ ਦਾ ਕਿਹੜਾ ਬੈਸਟ ਇੰਡੀਕੇਟਰ ਹੈ, ਮਤਲਬ ਦੱਸਦਾ ਕਿ ਹਾਂ ਸੱਚੀ ਉન્નਤੀ ਹੋ ਰਹੀ ਹੈ। ਤਾਂ ਇਹਦਾ ਸਹੀ ਆਨਸਰ ਬਣੇਗਾ ਇਟਸ ਪਰ ਕੈਪੀਟਲ ਇਨਕਮ, ਮਤਲਬ ਪ੍ਰਤੀ ਵਿਅਕਤੀ ਆਮਦਨ ਦੱਸਦਾ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਉન્નਤੀ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ। ਅਗਲਾ ਸਵਾਲ, ਹੂ ਵਾਜ਼ ਦਾ ਫਾਦਰ ਆਫ ਆਪਰੇਸ਼ਨ ਬਲੱਡ ਇਨ ਇੰਡੀਆ। ਆਪਰੇਸ਼ਨ ਫਲੱਡ ਦਾ ਫਾਦਰ ਕੌਣ ਹੈ। ਦੇਖੋ ਆਪਰੇਸ਼ਨ ਫਲੱਡ ਹੈ ਪਹਿਲਾਂ ਕਿਹਦੇ ਨਾਲ ਰਿਲੇਟਡ, ਆਪਰੇਸ਼ਨ ਫਲੱਡ ਹੈ ਡੇਅਰੀ ਪ੍ਰੋਡਕਟਸ ਮਤਲਬ ਮਿਲਕ ਨਾਲ ਰਿਲੇਟਡ ਹੈ। ਇਹ 13 ਜਨਵਰੀ 1970 ਨੂੰ ਲਾਂਚ ਕੀਤਾ ਸੀ। ਹੁਣ ਆਪਾਂ ਇਹਦਾ ਆਨਸਰ ਕਿਵੇਂ ਲਾ ਸਕਦੇ ਹਾਂ, ਦੇਖੋ ਜਿਹੜਾ ਡਾਕਟਰ ਨੋਰਮਨ ਬੋਰਲੌਗ ਹੈ ਅਤੇ ਡਾਕਟਰ MS ਸਵਾਮੀਨਾਥਨ, ਇਹ ਦੋਨੋਂ ਹੈਗੇ ਨੇ ਗ੍ਰੀਨ ਰੈਵੋਲੂਸ਼ਨ ਰਿਲੇਟਡ। ਇੱਕ ਹੀ ਰਹਿ ਗਏ ਫਿਰ ਆਪਣੇ ਡਾਕਟਰ ਵਰਗਿਸ ਕਿਊਰੇਨ, ਤਾਂ ਇਹਦਾ ਆਨਸਰ ਕੀ ਆਏਗਾ ਡਾਕਟਰ ਵਰਗਿਸ ਕਿਊਰੇਨ। ਠੀਕ ਹੈ। ਅਗਲਾ, ਹੂ ਅਮੰਗਸ ਦ ਫੋਲੋਇੰਗ ਇਜ਼ ਨੋਟ ਦ ਫਾਊਂਡਰ ਮੈਂਬਰ ਆਫ ਨਾਮ ਨੋਨ ਅਲਾਈਨਡ ਮੂਵਮੈਂਟ। ਦੇਖੋ ਇਹਦੇ ਅਪਰੋਕਸੀਮੇਟ 120 ਡਿਵੈਲਪਿੰਗ ਕੰਟਰੀਜ਼ਾਂ ਦੇ ਮੈਂਬਰ ਨੇ ਟੋਟਲ ਦੁਨੀਆ ਦੇ। ਠੀਕ ਹੈ। ਇਹ ਕੀ ਕਹਿੰਦੇ ਨੇ, ਨਾ ਤਾਂ ਅਸੀਂ ਦੇਖੋ ਜਦੋਂ ਦੂਜਾ ਮਹਾਯੁੱਧ ਹੋਇਆ ਸੀ ਉਦੋਂ 2 ਪਾਰਟ ਸੇ ਪੂਰੀ ਦੁਨੀਆ ਨੂੰ ਵੰਡਿਆ ਗਿਆ ਸੀ। ਇੱਕ ਪਾਸੇ USA USSR UK ਫਰਾਂਸ ਚਾਈਨਾ ਇਹ ਸਾਰੇ ਸੀ, ਦੂਜੇ ਪਾਸੇ ਜਰਮਨੀ ਜਾਪਾਨ ਇਟਲੀ ਇਹ ਸਾਰੇ ਸੀ। ਤਾਂ 2 ਹਿੱਸਿਆਂ 'ਚ ਵੰਡਿਆ ਗਿਆ ਸੀ। ਤਾਂ ਸਾਰਿਆਂ ਨੇ ਕਿਹਾ ਸੀ ਕਿਸੇ ਨੂੰ ਚੁਣਾਂਗੇ, ਜਿਵੇਂ ਇੰਡੀਆ ਨੇ ਕਿਹਾ ਸੀ ਅਸੀਂ ਕਿਸੇ ਨੂੰ ਨਹੀਂ ਚੁਣਾਂਗੇ। ਤਾਂ ਕਹਿੰਦੇ ਸੀ ਇਹਨਾਂ 'ਚੋਂ ਕਿਹੜਾ ਹੈ ਹੂ ਇਜ਼ ਨੋਟ ਦਾ ਫਾਊਂਡਰ ਮੈਂਬਰ ਆਫ ਨਾਮ, ਕਿਹੜਾ ਜਿਹੜਾ ਫਾਊਂਡਰ ਮੈਂਬਰ ਨਹੀਂ ਹੈ, ਤਾਂ ਉਹ ਹੈਗਾ ਵਾਸ਼ਿੰਗਟਨ ਚਰਚਿਲ। ਠੀਕ ਹੈ। ਇਹ ਇਹਨਾਂ ਦਾ ਫਾਊਂਡਰ ਮੈਂਬਰ ਨਹੀਂ ਹੈ। ਠੀਕ ਹੈ ਜੀ। ਅਗਲਾ, ਔਨ ਵਿਚ ਰਿਵਰ ਇਜ਼ ਦਾ ਹੀਰਾਕੁੰਡ ਡੈਮ ਬਿਲਟ। ਠੀਕ ਹੈ। ਜਿਹੜਾ ਹੀਰਾਕੁੰਡ ਡੈਮ ਆ ਉਹ ਕਿਹੜੀ ਰਿਵਰ ਉੱਤੇ ਬਿਲਡ ਹੈ। ਠੀਕ ਹੈ। ਇਹ ਬਿਲਟ ਹੈ ਮਹਾਨਦੀ 'ਤੇ। ਕਿੱਥੇ ਬਿਲਟ ਹੈ ਜੀ, ਮਹਾਨਦੀ 'ਤੇ। ਠੀਕ ਹੈ। ਮਹਾਨਦੀ ਹੈ ਕਿਤੇ, ਇਹ ਸੰਬਲਪੁਰ ਜਿਹੜੀ ਇੱਕ ਉੜੀਸਾ ਦੀ ਸਟੇਟ ਹੈ ਉਹਦੇ 15 ਕਿਲੋਮੀਟਰ ਦੂਰ ਹੈ ਮਹਾਨਦੀ, ਉਹਦੇ ਉੱਤੇ ਹੀਰਾਕੁੰਡ ਡੈਮ ਬਿਲਟ ਹੈ। ਠੀਕ ਹੈ। ਇਹ ਲਗਭਗ 55 ਕਿਲੋਮੀਟਰ ਮਤਲਬ 55 ਕਿਲੋਮੀਟਰ ਲੰਬਾ ਹੈ। ਕਿੰਨਾ, 55 ਕਿਲੋਮੀਟਰ ਲੰਬਾ ਹੈ। ਇਹ ਹੈ ਕਿੱਥੇ, ਉੜੀਸਾ 'ਚ। ਠੀਕ ਹੈ ਜੀ। ਅਗਲਾ, ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਦੇਅਰ ਇਨ ਓਰੀਜਨਲ ਕੌਂਸਟੀਟਿਊਸ਼ਨ। ਜਿਹੜਾ ਆਪਣਾ ਜਦੋਂ ਸੰਵਿਧਾਨ ਬਣਿਆ ਸੀ ਉਸ ਟਾਈਮ ਇਹਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸੀ। ਉਸ ਟਾਈਮ ਇਹਦੇ 'ਚ 7 ਮੌਲਿਕ ਅਧਿਕਾਰ ਸਨ। ਕਿੰਨੇ, 7 ਮੌਲਿਕ ਅਧਿਕਾਰ। ਹੁਣ ਕਿੰਨੇ ਨੇ, ਇਸ ਟਾਈਮ ਨੇ ਆਪਣੇ 6। ਅਗਰ ਆਉਂਦਾ ਪ੍ਰੈਜੈਂਟ ਕਿੰਨੇ, ਆਪਾਂ ਆਨਸਰ ਲਿਖਣਾ 6, ਪਰ ਹੁਣ ਹੈ ਕਿੰਨੇ, ਜਦੋਂ ਮੂਲ ਸੰਵਿਧਾਨ ਬਣਿਆ ਸੀ ਮਤਲਬ ਜਦੋਂ ਸੰਵਿਧਾਨ ਬਣਾਇਆ ਗਿਆ ਸੀ ਉਸ ਟਾਈਮ ਕਿੰਨੇ ਸੀ, 7। ਅਗਲਾ, ਆਰਟੀਕਲ 14 to 18 ਇਨ ਦਾ ਕੌਂਸਟੀਟਿਊਟ ਅਨੁਛੇਦ ਨੰਬਰ 14 ਤੋਂ ਲੈ ਕੇ 18 ਤੱਕ ਕਿਹੜਾ ਮੌਲਿਕ ਅਧਿਕਾਰ ਹੈ। ਉਹ ਹੈ ਰਾਈਟ ਟੂ ਇਕੁਐਲਿਟੀ ਮਤਲਬ ਸਮਾਨਤਾ ਦਾ ਅਧਿਕਾਰ। ਉਹ ਕਿੰਦੇ 'ਚ ਹੈ, 14 to 18। ਅਗਰ ਆ ਜਾਵੇ 19 to 22 ਤਾਂ ਆਪਾਂ ਲਿਖਾਂਗੇ ਫਰੀਡਮ ਮਤਲਬ ਆਜ਼ਾਦੀ ਦਾ ਅਧਿਕਾਰ। ਉਸ ਤੋਂ ਬਾਅਦ ਅਗਰ ਆ ਜੇ ਆਪਣਾ 23 ਤੇ 24 ਇਹ ਸੀ ਕਿ ਆਪਾਂ ਬੰਧੂਆ ਮਜ਼ਦੂਰੀ ਨਹੀਂ ਕਰਾ ਸਕਦੇ ਕਿਸੇ ਤੋਂ, ਚਾਈਲਡ ਲੇਬਰ ਨਹੀਂ ਕਰਾ ਸਕਦੇ। ਉਸ ਤੋਂ ਬਾਅਦ ਅਗਰ ਆ ਜੇ, ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਹੈ ਉਹ ਹੈ ਆਰਟੀਕਲ ਨੰਬਰ 32। ਉਹ ਵੈਸੇ ਅਗਲੇ ਕੁਐਸਚਨ 'ਚ ਆਪਾਂ ਉਹ ਡਿਸਕਸ ਕਰਨੇ ਆ। ਵਿਚ ਆਰਟੀਕਲ ਇਨ ਦਾ ਕੌਂਸਟੀਟਿਊਸ਼ਨ ਗਰੰਟੀ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼। ਇਹਨਾਂ 'ਚੋਂ ਕਿਹੜਾ ਇਹ ਜਿਹਾ ਅਧਿਕਾਰ ਹੈ ਆਪਣਾ, ਕਿਹੜਾ ਇਹ ਜਿਹਾ ਆਰਟੀਕਲ ਹੈ ਜਿਹਦੇ ਵਿੱਚ ਆਪਾਂ ਨੂੰ ਅਗਰ ਆਪਣਾ ਕੋਈ ਮੌਲਿਕ ਅਧਿਕਾਰ ਆਪਣੇ ਤੋਂ ਲੈ ਲਿਆ ਜਾਵੇ ਉਹਨੂੰ ਬਚਾਉਣ ਦਾ ਕਿਹੜੇ ਆਰਟੀਕਲ ਦਿੱਤਾ, ਉਹਨੂੰ ਆਪਾਂ ਕਿਵੇਂ ਬਚਾ ਸਕਦੇ ਹਾਂ। ਮਤਲਬ ਆਪਾਂ ਹਾਈ ਕੋਰਟ 'ਚ ਜਾ ਸਕਦੇ ਹਾਂ ਅਗਰ ਆਪਣਾ ਕੋਈ ਮੌਲਿਕ ਅਧਿਕਾਰ ਲੈ ਲਵੇ, ਉਹ ਕਿਹੜੇ ਆਰਟੀਕਲ ਦਿੱਤਾ ਹੈ, ਆਰਟੀਕਲ ਨੰਬਰ 32।
ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਇਹਨੂੰ ਕਹਿੰਦੇ ਨੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਆਰਟੀਕਲ ਨੰਬਰ 32 'ਚ ਦਿੱਤਾ ਹੈ। ਵੈਰੀ ਵੈਰੀ ਇੰਪੋਰਟੈਂਟ, ਇਹਨੂੰ ਆਪਾਂ ਸੰਵਿਧਾਨ ਦੀ ਆਤਮਾ ਜਾਂ ਮੌਲਿਕ ਅਧਿਕਾਰਾਂ ਦੀ ਆਤਮਾ ਵੀ ਕਹਿੰਦੇ ਹਾਂ। ਠੀਕ ਹੈ ਜੀ। ਅਗਲਾ, ਦ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਰਿਟਰਨ ਬਿੱਲ ਟੂ ਦ ਹਾਊਸ ਆਫ ਪਾਰਲੀਮੈਂਟ। ਦੇਖੋ ਜਦੋਂ ਵੀ ਕੋਈ ਬਿੱਲ ਪਾਸ ਹੁੰਦਾ ਹੈ, ਜਾਂ ਲੋਕ ਸਭਾ 'ਚ ਹੁੰਦਾ ਜਾਂ ਰਾਜ ਸਭਾ 'ਚ ਹੁੰਦਾ ਹੈ, ਫਿਰ ਉਹ ਬਿੱਲ ਜਦੋਂ ਮੰਨ ਲਓ ਲੋਕ ਸਭਾ 'ਚ ਪਾਸ ਹੋਇਆ, ਲੋਕ ਸਭਾ ਤੋਂ ਬਾਅਦ ਉਹ ਕਿਹਦੇ 'ਚ ਜਾਏਗਾ, ਰਾਜ ਸਭਾ 'ਚ, ਰਾਜ ਸਭਾ ਤੋਂ ਬਾਅਦ ਕਿਹਦੇ ਕੋਲ ਜਾਏਗਾ, ਪ੍ਰੈਜ਼ੀਡੈਂਟ ਕੋਲ। ਮੰਨ ਲਓ ਅਗਰ ਰਾਜ ਸਭਾ 'ਚ ਪਾਸ ਹੋਇਆ ਤਾਂ ਫਿਰ ਕਿਹਦੇ ਕੋਲ ਜਾਏਗਾ, ਲੋਕ ਸਭਾ 'ਚ, ਫਿਰ ਕਿਹਦੇ ਕੋਲ ਜਾਏਗਾ, ਪ੍ਰੈਜ਼ੀਡੈਂਟ ਕੋਲ। ਬਟ ਅਗਰ ਮੰਨ ਲਓ ਪ੍ਰੈਜ਼ੀਡੈਂਟ ਕੀ ਕਰ ਸਕਦਾ, ਇਹਨੂੰ ਰਿਟਰਨ ਕਰ ਸਕਦਾ ਹੈ ਕਿ ਇਹਨਾਂ 'ਚ ਕੋਈ ਅਗਰ ਚੇਂਜਸ ਕਰਵਾਉਣੇ, ਉਹ ਕਿੰਨੀ ਵਾਰੀ ਕਰ ਸਕਦਾ, ਤਾਂ ਉਹ ਸਿਰਫ ਇੱਕ ਵਾਰ, ਕਿੰਨਾ, ਓਨਲੀ ਵਨਸ, ਸਿਰਫ ਇੱਕ ਵਾਰ ਚੇਂਜ ਕਰਾ ਸਕਦਾ। ਅਗਲਾ, ਅ ਮੈਂਬਰ ਆਫ ਰਾਜ ਸਭਾ ਇਜ਼ ਇਲੈਕਟਿਡ ਫੋਰ, ਜਿਹੜਾ ਰਾਜ ਸਭਾ ਦਾ ਮੈਂਬਰ ਹੈ ਉਹ ਕਿੰਨੀ ਦੇਰ ਵਾਸਤੇ ਇਲੈਕਟ ਹੁੰਦੇ ਨੇ, ਉਹ 6 ਸਾਲ ਲਈ। ਕਿੰਨੀ ਦੇਰ ਵਾਸਤੇ, 6 ਸਾਲ ਲਈ ਇਲੈਕਟ ਕੀਤੇ ਜਾਂਦੇ ਨੇ। ਅਗਲਾ, ਹੂ ਪ੍ਰਸਾਈਡਸ ਓਵਰ ਦਾ ਜੁਆਇੰਟ ਸਿਟਿੰਗ ਆਫ ਲੋਕ ਸਭਾ ਐਂਡ ਰਾਜ ਸਭਾ, ਕਿ ਜਿਹੜੀ ਜੁਆਇੰਟ ਸਭਾ ਤੇ ਰਾਜ ਸਭਾ ਦੀ ਮੀਟਿੰਗ ਵਾਸਤੇ ਕੌਣ ਪ੍ਰਸਾਈਡ ਹੁੰਦਾ, ਠੀਕ ਹੈ ਜੀ। ਜਿਹੜੀ ਲੋਕ ਸਭਾ ਤੇ ਰਾਜ ਸਭਾ ਹੈ ਉਹਨਾਂ ਦੀ ਮੀਟਿੰਗ, ਦੇਖੋ ਉਹਨਾਂ ਦੀ ਮੀਟਿੰਗ ਬੁਲਾਉਂਦਾ ਹੈ ਆਪਣਾ ਪ੍ਰੈਜ਼ੀਡੈਂਟ, ਪਰ ਉਹਦੇ ਪ੍ਰੈਜ਼ਾਈਡ ਕੌਣ ਕਰਦਾ ਹੈ, ਤਾਂ ਉਹਦੇ 'ਤੇ ਪ੍ਰੈਜ਼ਾਈਡ ਕਰਦਾ ਹੈ ਸਪੀਕਰ ਆਫ ਲੋਕ ਸਭਾ। ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਪ੍ਰੈਜ਼ਾਈਡ ਕੌਣ ਕਰਦਾ ਹੈ, ਸਪੀਕਰ ਆਫ ਲੋਕ ਸਭਾ, ਪਰ ਬੁਲਾਉਂਦਾ ਕੌਣ ਹੈ, ਪ੍ਰੈਜ਼ੀਡੈਂਟ। ਅਗਲਾ, ਦ ਕੋਰਮ ਆਫ ਦ ਪਾਰਲੀਮੈਂਟ ਇਜ਼ ਫਿਕਸਡ ਐਟ, ਕੋਰਮ ਆਫ ਪਾਰਲੀਮੈਂਟ ਮਤਲਬ ਹੈ ਕਿੰਨੀ ਮਿਨੀਮਮ ਲੋਕ ਆਉਣ ਤਾਂ ਕਿ ਕੋਈ ਵੀ ਰਾਜ ਸਭਾ ਜਾਂ ਲੋਕ ਸਭਾ ਦਾ ਸੈਸ਼ਨ ਹੋ ਸਕੇ, ਤਾਂ ਇਹਦਾ ਸਹੀ ਆਨਸਰ ਹੈ ਸੀ ਆਪਸ਼ਨ 1/10। ਅਗਰ 1/10ਵਾਂ ਹਿੱਸਾ ਆਏਗਾ ਤਾਂ ਹੀ ਹੋ ਸਕਦਾ, ਨਹੀਂ ਤਾਂ ਨਹੀਂ ਹੋ ਸਕਦਾ। ਠੀਕ ਹੈ ਜੀ। ਅਗਲਾ, ਹੂ ਕੈਨ ਡਿਜ਼ੋਲਵ ਰਾਜ ਸਭਾ। ਦੇਖੋ ਰਾਜ ਸਭਾ ਇੱਕ ਸਥਾਈ ਸਦਨ ਹੈ, ਇਹਨੂੰ ਡਿਜ਼ੋਲਵ ਨਹੀਂ ਕੀਤਾ ਜਾ ਸਕਦਾ, ਤਾਂ ਇਹਦਾ ਆਨਸਰ ਕੀ ਆਏਗਾ, ਇਟ ਕੈਨ ਨਾਟ ਬੀ ਡਿਜ਼ੋਲਵਡ। ਠੀਕ ਹੈ, ਇਹਨੂੰ ਆਪਾਂ ਕਦੇ ਵੀ ਡਿਜ਼ੋਲਵ, ਕਦੇ ਵੀ ਭੰਗ ਨਹੀਂ ਕਰ ਸਕਦੇ। ਲੋਕ ਸਭਾ ਨੂੰ ਕਰ ਸਕਦੇ ਹਾਂ, ਠੀਕ ਹੈ ਜੀ, ਪਰ ਰਾਜ ਸਭਾ ਨੂੰ ਨਹੀਂ ਕਰ ਸਕਦੇ। ਲੋਕ ਸਭਾ ਨੂੰ ਕੌਣ ਕਰ ਸਕਦਾ, ਰਾਸ਼ਟਰਪਤੀ ਕਰ ਸਕਦਾ। ਅਗਲਾ, ਦ ਮੈਕਸਿਮਮ ਏਜ ਫॉर द ਆਫਿਸ ਆਫ ਪ੍ਰੈਜ਼ੀਡੈਂਟ, ਅਗਰ ਕਿਸੇ ਨੇ ਰਾਸ਼ਟਰਪਤੀ ਬਣਨਾ ਹੈ ਤਾਂ ਉਹਦੀ ਉਮਰ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ, ਘੱਟ ਤੋਂ ਘੱਟ ਤਾਂ 35 ਸਾਲ ਹੈ, ਤਾਂ ਵੱਧ ਤੋਂ ਵੱਧ ਕਿੰਨੀ ਹੈ, ਨੋਟ ਫਿਕਸਡ, ਉਹ ਜਿੰਨੀ ਮਰਜ਼ੀ ਉਮਰ, ਇਹਦੀ ਕੋਈ ਲਿਮਿਟ ਨਹੀਂ। ਤੁਸੀਂ 100 ਸਾਲ ਦਿਓ, 110 ਸਾਲ ਦਿਓ, 70 ਸਾਲ ਦਿਓ, 58 ਸਾਲ ਦਿਓ, 60 ਸਾਲ ਦਿਓ, ਤੁਸੀਂ ਹਮੇਸ਼ਾ ਰਾਸ਼ਟਰਪਤੀ ਬਣ ਸਕਦੇ ਹੋ। ਬਾਕੀ ਕੁਝ ਸ਼ਰਤਾਂ ਨੇ ਉਹ ਅਲੱਗ ਨੇ, ਪਰ ਉਮਰ ਦੀ ਗੱਲ ਕੀ ਹੈ, ਕੋਈ ਉਮਰ ਫਿਕਸ ਨਹੀਂ ਹੈ, ਮਤਲਬ ਉੱਪਰਲੀ ਕੋਈ ਹੱਦ ਨਹੀਂ ਹੈ। ਅਗਲਾ, ਪੰਕਜ ਅਡਵਾਨੀ ਪਲੇਸ, ਪੰਕਜ ਅਡਵਾਨੀ ਕਿਹੜੀ ਗੇਮ ਖੇਡਦਾ ਹੈ, ਤਾਂ ਪੰਕਜ ਅਡਵਾਨੀ ਬਿਲੀਅਰਡਸ, ਸਨੂਕਰ ਖੇਡਦਾ ਹੈ। ਇਹ ਲਗਭਗ ਜਿਹੜੀ IBSF ਹੈ, IBSF ਵਰਲਡ ਚੈਂਪੀਅਨਸ਼ਿਪ ਹੈ, ਉਹਦਾ 23 ਵਾਰੀ ਚੈਂਪੀਅਨ ਬਣ ਚੁੱਕਿਆ, 23 ਵਾਰੀ। ਅਤੇ ਜਿਹੜੀ ਵਰਲਡ ਟੀਮ ਬਿਲੀਅਰਡਸ ਹੈ ਉਹਦਾ 15 ਵਾਰੀ ਚੈਂਪੀਅਨਸ਼ਿਪ। ਜਿਹੜੀ ਵਰਲਡ ਟੀਮ ਚੈਂਪੀਅਨਸ਼ਿਪ ਹੈ, ਟੀਮ ਸਨੂਕਰ ਚੈਂਪੀਅਨਸ਼ਿਪ ਹੈ, ਉਹਦਾ 15 ਵਾਰੀ, ਅਤੇ IBSF ਦਾ 23 ਵਾਰੀ ਚੈਂਪੀਅਨ ਬਣ ਚੁੱਕਿਆ ਬਿਲੀਅਰਡਸ ਦਾ। ਅਗਲਾ, ਦ ਓਨਲੀ ਇੰਡੀਅਨ ਟੂ ਵਿਨ ਐਨ ਓਲੰਪਿਕ ਮੈਡਲ ਐਜ਼ ਐਨ ਇੰਡੀਵਿਜੂਅਲ ਇਵੈਂਟ, ਕਿਹੜਾ ਬੰਦਾ ਹੈ ਜਿਹੜਾ ਇਕੱਲਾ ਓਲੰਪਿਕ ਮੈਡਲ, ਇਕਲੌਤਾ ਮਤਲਬ ਇੱਕ ਬੰਦਾ ਓਲੰਪਿਕ ਮੈਡਲ ਜਿੱਤਿਆ ਸੀ, ਉਹ ਸੀ ਐਜ਼ ਏ ਟੀਮ ਨਹੀਂ, ਮਤਲਬ ਇਕੱਲਾ ਇੰਡੀਵਿਜੂਅਲ, ਤਾਂ ਆਨਸਰ ਗਿਆ ਅਭਿਨਵ ਬਿੰਦਰਾ। ਠੀਕ ਹੈ, ਸ਼ੂਟਿੰਗ 'ਚ। ਅਗਲਾ, ਦ ਫਸਟ ਮੈਨ ਟੂ ਸੈੱਟ ਫੁੱਟ ਔਨ ਮਾਊਂਟ ਐਵਰੈਸਟ। ਦੇਖੋ ਇਹਦੇ ਨਾ ਦੋ ਆਨਸਰ ਬਣ ਸਕਦੇ ਨੇ, ਐਡਮੰਡ ਹਿਲਰੀ ਅਤੇ ਟੈਨਜ਼ਿੰਗ, ਮਤਲਬ C ਅਤੇ D ਆਪਸ਼ਨ ਦੋਨੋਂ ਬਣ ਸਕਦੇ ਨੇ, ਕਿਉਂਕਿ ਦੋਨੋਂ ਇਕੱਠੇ ਗਏ ਸੀ। ਪਰ ਇਹਨਾਂ ਦੋਵਾਂ ਵਿੱਚੋਂ ਪਹਿਲਾ ਪੈਰ ਕਿਹਨੇ ਰੱਖਿਆ ਸੀ, ਇਹਨਾਂ ਦੋਵਾਂ 'ਚੋਂ ਪਹਿਲਾ ਪੈਰ ਰੱਖਿਆ ਸੀ ਟੈਨਜ਼ਿੰਗ ਨੇ। ਠੀਕ ਹੈ, ਦੋਨੋਂ ਇਕੱਠੇ ਗਏ ਸੀ, ਅਤੇ ਇਹਨਾਂ ਦੋਵਾਂ 'ਚੋਂ ਪਹਿਲਾ ਪੈਰ ਕਿਹਨੇ ਰੱਖਿਆ ਸੀ, ਇਹਦਾ ਪੂਰਾ ਨਾਮ ਹੈ ਸ਼ਰਪਾ ਟੈਨਜ਼ਿੰਗ, ਪੂਰਾ ਨਾਮ ਹੈ ਸ਼ਰਪਾ ਟੈਨਜ਼ਿੰਗ। ਠੀਕ ਹੈ, ਇਹਨੇ ਪਹਿਲਾਂ ਪੈਰ ਰੱਖਿਆ ਸੀ। ਠੀਕ ਹੈ, ਜੋ ਲਗਭਗ ਆਪਾਂ ਕਹਿ ਸਕਦੇ ਹਾਂ 2935 ਫੁੱਟ ਦੀ ਇੱਕ ਹਾਈਟ ਹੈ। ਇਹ ਕਿਦੋਂ ਕਿਸੇ ਵੀ ਆ ਸਕਦਾ ਹੈ, 29 ਮਈ 1953 1953 'ਚ ਇਹਨਾਂ ਦੋਵਾਂ ਨੇ ਪੈਰ ਰੱਖਿਆ ਸੀ। ਠੀਕ ਹੈ। ਅਗਲਾ, ਦ ਚੇਅਰਮੈਨ ਆਫ ਦ ਕੌਂਸਟੀਟਿਊਸ਼ਨ ਅਸੈਂਬਲੀ ਆਫ ਇੰਡੀਆ, ਕਿ ਭਾਰਤ ਦੀ ਸੰਵਿਧਾਨ ਸਭਾ ਦਾ ਚੇਅਰਮੈਨ ਕੌਣ ਸੀ। ਅਗਰ ਤਾਂ ਅੱਜ ਸਥਾਈ ਸੇ ਚੇਅਰਮੈਨ ਪਰਮਾਨੈਂਟ ਤਾਂ ਅਸੀਂ ਰਜਿੰਦਰ ਪ੍ਰਸਾਦ। ਠੀਕ ਹੈ, ਅਸਥਾਈ ਤੁਸੀਂ ਮੈਨੂੰ ਕਮੈਂਟ 'ਚ ਦੱਸੋਗੇ ਕਿ ਇਹਦਾ ਅਸਥਾਈ ਮੈਂਬਰ ਜਿਹੜਾ ਪਹਿਲੀ ਵਾਰੀ ਬਣਿਆ ਸੀ ਕੌਣ ਸੀ। ਠੀਕ ਹੈ। ਅਗਲਾ, ਬਿਲਾਵਲ ਭੁੱਟੋ। ਦੇਖੋ ਸਾਰਿਆਂ ਨੇ ਭੁੱਟੋ ਦਾ ਨਾਮ ਸੁਣਿਆ ਹੋਇਆ ਕਿ ਭੁੱਟੋ ਕੌਣ ਸੀ, ਤਾਂ ਬਿਲਾਵਲ ਭੁੱਟੋ ਪੂਰਾ ਨਾਮ ਹੈ ਬਿਲਾਵਲ ਭੁੱਟੋ ਜ਼ਾਰਦਾਰੀ। ਠੀਕ ਹੈ, ਇਹ ਕੌਣ ਹੈ, ਆਪਾਂ ਸਾਰਿਆਂ ਨੂੰ ਪਤਾ ਹੈ, ਇਹ ਇੱਕ ਪੋਲੀਟੀਸ਼ੀਅਨ ਹੈ। ਕਿੱਥੋਂ ਦੀ ਪੋਲੀਟੀਸ਼ੀਅਨ ਹੈ, ਪਾਕਿਸਤਾਨ ਦੀ। ਕਿੱਥੋਂ ਦੀ ਪੋਲੀਟੀਸ਼ੀਅਨ ਹੈ, ਪਾਕਿਸਤਾਨ। ਯਾਦ ਰੱਖਣਾ, ਤੁਸੀਂ ਭੁੱਟੋ ਦਾ ਨਾਮ ਸੁਣੇਗਾ, ਪਾਕਿਸਤਾਨ ਦੀ ਹੈ। ਠੀਕ ਹੈ, ਅਤੇ ਭੁੱਟੋ ਫੈਮਿਲੀ ਹੁੰਦੀ ਅੱਗੇ, ਸਾਰੀ ਫੈਮਿਲੀ 'ਚ ਸਾਰੇ ਬਣੇ ਨੇ ਪੋਲੀਟੀਸ਼ੀਅਨ। ਠੀਕ ਹੈ ਜੀ, ਅਤੇ ਇਹ ਕਰੰਟ ਚੇਅਰਮੈਨ ਹੈ ਪਾਕਿਸਤਾਨ ਪੀਪਲ ਪਾਰਟੀ ਦੀ।
ठीक है। पाकिस्तान पीपल पार्टी का चेयरमैन है बिलावल भुट्टो, ठीक है। अगला, हु इज़ द नेशनल सिक्योरिटी एडवाइज़र, नेशनल सिक्योरिटी एडवाइज़र कौन है, ठीक है। जिहड़ा मतलब ये चीफ एडवाइज़र होंदा प्राइम मिनिस्टर का, मतलब प्रधानमंत्री का एडवाइज़र कौन है, जिहड़ी सिक्योरिटी की पॉलिसी है, जिहड़ी इंटरनेशनल अफेयर्स ने, मतलब जिहड़े भी बाहरले अफेयर होंदे ने इंटरनेशनल लैवल के, तो वो कौन है, वो है अजित डोवल। कौन है, अजित डोवल। ये करंट अफेयर का क्वेश्चन है। अगला, जिंग जिनपिंग कौन है, जाई जिनपिंग, वेरी वेरी इंपॉर्टेंट। जिहड़ा जाई जिनपिंग है वो प्रेजिडेंट है चाइना का। ये भी करंट अफेयर का क्वेश्चन है। कौन है, जाई जिनपिंग कौन है, प्रेजिडेंट है चाइना का। अगला, द नंबर ऑफ लैंग्वेजेस लिस्टेड इन 8th शेड्यूल ऑफ कॉन्स्टिट्यूशन। देखो 8वें शेड्यूल से टोटल 22 लैंग्वेज ने। अगर सवाल आ जाए कि जो संविधान बनया सी उदों कितनियां सी, 14। अच्छा, एक केड़ी अनुसूची च है, 8वीं। एक केड़े आर्टिकल च है, 343 तो लैके 351 तक लैंग्वेजेस बारे दिता है। टोटल 22 भाषावां ने। इस करके अपने इंडिया की कोई नैशनल लैंग्वेज नहीं है, ये भी याद रखना है। विच आर्टिकल ऑफ इंडियन कॉन्स्टिट्यूशन ऑफ इंडिया, विच आर्टिकल ऑफ कॉन्स्टिट्यूशन ऑफ इंडिया डज प्रोवाइड द पार्लीमेंट द पावर टू अमेंड द कॉन्स्टिट्यूशन। कि केड़ा आर्टिकल ये दसदा है कि संसद कोल ताकत है कि वो कोई भी शोध कर सकती है संविधान विच, ते ये दिता है आर्टिकल नंबर 368, अनुच्छेद नंबर 368, ठीक है। अनुच्छेद 368 से अगर आज केड़े भाग से दिता है, केड़े पार्ट से, तो पार्ट नंबर XX दिता है, मतलब 20, पार्ट नंबर 20 से दिता है कि संसद शोध कर सकती है संविधान से, ठीक है जी। अगला, द कंडीशन ऑफ द एज रिक्वायर्ड टू फिलफिल्ड इन ऑर्डर टू बिकम द प्राइम मिनिस्टर ऑफ इंडिया। इंडिया का प्रधानमंत्री बनने वास्ते की कंडीशन है। तो इंडिया का प्रधानमंत्री देखो या तो लोक सभा से चुनिया जाएगा या राज्य सभा से चुनिया जाएगा। वैसे तो लोक सभा से चुनिया जाएगा। तो लोक सभा वास्ते घट्टो घट्ट कितनी उम्र चाहिए, लोक सभा वास्ते 25 साल चाहिए। देखो बी ऑप्शन गलत है, 40 साल, सी ऑप्शन गलत है, 35 साल, डी ऑप्शन गलत है, 50 साल। तो अपना ऑप्शन की बन गया ए ऑप्शन कि 25 साल उम्र अगर लोक सभा का मैंबर है, 30 साल उम्र अगर वो राज्य सभा का मैंबर है, ठीक है जी। अगला, द वर्ड सैकुलर एंड सोशलिस्ट वर एडिड टू द प्रीएम्बल ऑफ कॉन्स्टिट्यूशन। की जिहड़ा धर्म निरपेख ते समाजवादी शब्द है ये इंडिया दे प्रस्तावना विच कदों ऐड किया गया। वेरी 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 इंपॉर्टेंट क्वेश्चन है। ये प्रस्तावना च ऐड किया गया सी 42nd अमेंडमेंट 42वीं। ये सब नाल इंपॉर्टेंट शोध है। ये 1976 च हुई सी। इनू मिनी कॉन्स्टिट्यूशन, छोटा संविधान के नाम नाल भी जानिया जाता, क्योंकि इहदे च लगभग 59 पेज ऐड किए गए सी, जो कि बहुत वड्डी गल है। इस करके बहुत इंपॉर्टेंट कॉस्ट, इहदे टोटल 3 वर्ड ऐड किए गए सी, ठीक है। वो आप तीनों याद करें, धर्म निरपेख, समाजवादी ते राष्ट्र की अखंडता, इंटैग्रिटी ऑफ नेशन, 3 वर्ड ऐड किए गए सी। अगला, द फंडामेंटल ड्यूटीज़ वर इनकॉर्पोरेटेड इन द कॉन्स्टिट्यूशन ऑफ इंडिया। कि जिहड़ी मौलिक कर्तव्य ने वो कॉन्स्टिट्यूशन संविधान से कदों ऐड किए गए। ये ऐड किए गए सी 42nd अमेंडमेंट से। क्वेश्चन ये भी आस्कदा है किन्ने किए गए सी, 10। क्वेश्चन ये भी आस्कदा है हुण किन्ने ने, 11। ये 11वां किदों ऐड किया गया, 86th अमेंडमेंट से। एक किदों हुई, 2002 च हुई, ठीक है जी। तो हुण किन्ने ने, 11 मौलिक कर्तव्य ने। ये किहड़े आर्टिकल च दिते ने, 51A, ठीक है जी। अगला, विच ऑफ द प्लैनेट इज़ नोन एज रेड प्लैनेट। इन्हां चों किहड़ा लाल प्लैनेट है, रेड प्लैनेट किहड़ा है, वो है मार्स, अपना गुआंढी, ठीक है। उन्होंने रेड प्लैनेट कहा है। इन विच पार्ट ऑफ अवर एटमोसफेयर डू वी लिव। आपां एटमोसफेयर दे, वायुमंडल दे किहड़े पार्ट च रहिंदे आं आपां, जीवमंडल नहीं, वायुमंडल दे ट्रोपोस्फेयर च रहिंदे। कित्थे रहिंदे आपां, ट्रोपोस्फेयर च रहिंदे। अगला, पार्लीमेंट ऑफ जापान। जापान की पार्लीमेंट, जिवें अपनी पार्लीमेंट संसद कहते हैं, जापान की पार्लीमेंट नूं डाइट कहते हैं, क्योंकि उत्थे एंपरर का राज होंदा। मतलब एक एंपरर होंदा, राज कोई ज़्यादा पावर तो नहीं होंदी, पर उत्थे राज एंपरर का, इस करके उन्होंने डाइट कहा जाता है। द ए वेरी वेरी इंपॉर्टेंट क्वेश्चन है, द 100-year वॉर वाज फोर्ट बिन। 100 साल की जी जंग है किंदे विचकार लड़ी गई। देखो 1337 तो ये जंग शुरू हुई सी ते 1453 च खत्म हुई। ये हुई सी इंग्लैंड ते फ्रांस के विचकार। तो जेतू कौन सी, जितया कौन सी, इंग्लैंड जितया सी, ठीक है जी। 116 साल चली, किन्ने चली, 116 साल की जंग चली सी। तो शुरू की हुई सी बैटल ऑफ क्रेसी तो, ठीक है। बैटल ऑफ क्रेसी तो शुरू हुई सी 1337 विच, ते बैटल ऑफ अगेन कोर्ट से खत्म हुई सी
1453 'ਚ। ਵੈਰੀ ਵੈਰੀ ਇੰਪੋਰਟੈਂਟ। ਦ ਬਰਥ ਪਲੇਸ ਆਫ ਗੌਤਮ ਬੁੱਧਾ, ਕਿ ਗੌਤਮ ਬੁੱਧਾ ਕਿੱਥੇ ਪੈਦਾ ਹੋਏ? ਤਾਂ ਗੌਤਮ ਬੁੱਧਾ ਪੈਦਾ ਹੋਏ ਸੀ ਲੁਬੀਨੀ 'ਚ। ਕਿੱਥੇ? ਲੁਬੀਨੀ। ਇੱਕ ਬੁੱਧਿਸਟ ਪਿਲੀਗ੍ਰਿਮੇਜ ਹੈ, ਮਤਲਬ ਉਹਨਾਂ ਦੀ ਪੂਜਨ ਦੀ ਜਿੱਥੇ ਪੂਜਨ ਜਾਂਦੇ ਨੇ। ਇਹ ਹੈ ਕਿੱਥੇ? ਇਹ ਨੇਪਾਲ 'ਚ ਹੈ। ਯਾਦ ਰੱਖਣਾ ਕਿੱਥੇ ਹੈ? ਨੇਪਾਲ 'ਚ ਹੈ ਜੀ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਅਤੇ ਇਹਦੇ 'ਚ ਕਿਸੇ ਜਿਹੜੀ ਮਹਾਮਾਇਆ ਦੇਵੀ ਹੈ, ਉਹਨੇ ਇੱਕ ਬੱਚੇ ਨੂੰ ਪੈਦਾ ਕੀਤਾ ਜਿਹਦਾ ਨਾਮ ਸੀ ਸਿਧਾਰਥ। ਕਦੋਂ ਕੀਤਾ ਸੀ? 563 BC 'ਚ। 563 BC 'ਚ ਇੱਕ ਪੈਦਾ ਹੋਇਆ ਸੀ ਬੱਚਾ ਜਿਹਦਾ ਨਾਮ ਸੀ ਮਹਾਤਮਾ ਬੁੱਧ। ਬਾਅਦ 'ਚ ਗੌਤਮ ਬੁੱਧ ਬਣਿਆ। ਪਹਿਲਾਂ ਦਾ ਨਾਮ ਕੀ ਸੀ? ਸਿਧਾਰਥ। ਠੀਕ ਹੈ ਜੀ। ਅਗਲਾ, ਦ ਆਲ ਇੰਡੀਆ ਮੁਸਲਿਮ ਲੀਗ ਵਾਸ ਸੈਟਅਪ ਇਨ, ਜਿਹੜੀ ਆਲ ਇੰਡੀਆ ਮੁਸਲਿਮ ਲੀਗ ਹੈ ਉਹ ਕਦੋਂ ਸੈਟਅਪ ਹੋਈ? 1906 'ਚ। ਇਹ ਵੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਲਾ, 21 ਜੂਨ 21 ਹੈਜ਼ ਬਿਨ ਡਿਕਲੇਅਰਡ ਬਾਈ UN ਐਜ਼, ਜਿਹੜੀ ਜੂਨ 21 ਹੈ ਉਹਨੂੰ UN ਨੇ ਕਿਵੇਂ ਡਿਕਲੇਅਰ ਕੀਤਾ? ਉਹਨੇ ਇੰਟਰਨੈਸ਼ਨਲ ਯੋਗਾ ਡੇ। ਠੀਕ ਹੈ, ਕੁਐਸਚਨ ਇਹ ਵੀ ਆਸਕ ਕਰਦਾ ਇੰਟਰਨੈਸ਼ਨਲ ਯੋਗਾ ਡੇ ਕਦੋਂ ਮਨਾਇਆ ਜਾਂਦਾ ਹੈ? ਜੂਨ 21 ਨੂੰ ਮਨਾਇਆ ਜਾਂਦਾ ਹੈ। ਅਗਲਾ, GST ਬਿੱਲ ਰੈਫਰ ਟੂ, GST ਦੀ ਫੁੱਲ ਫਾਰਮ ਦੱਸਣੀ ਹੈ ਕਿ GST ਹੈ ਕੀ। ਅਤੇ GST ਵੈਸੇ 2016 'ਚ ਆਇਆ ਸੀ, ਪਰ ਲਾਗੂ ਕਦੋਂ ਹੋਇਆ ਸੀ? ਲਾਗੂ ਹੋਇਆ ਸੀ 1 ਜੁਲਾਈ 2017 'ਚ। ਠੀਕ ਹੈ, ਅਤੇ GST ਦੀ ਫੁੱਲ ਫਾਰਮ ਕੀ ਹੈ? GST ਦੀ ਫੁੱਲ ਫਾਰਮ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ ਬਿੱਲ। ਠੀਕ ਹੈ, ਇਹ ਆਪਸ਼ਨ ਗੁੱਡਸ ਐਂਡ ਸਰਵਿਸਿਜ਼ ਟੈਕਸ ਬਿੱਲ। ਅਗਲਾ, 3 of the following fours are alike in certain ways and so form a group which is the one that does not belong to the group। ਦੇਖੋ ਉਹਨਾਂ ਨੇ ਕਿਹਾ ਵੀ 3 ਇੱਕੋ ਵਰਗੇ ਨੇ ਅਤੇ ਬਾਕੀ 4 ਅਲੱਗ ਨੇ। ਹੁਣ ਆਪਾਂ ਦੱਸਣਾ ਕਿ ਇਹ 3 ਕਿਹੜੇ ਇੱਕੋ ਵਰਗੇ ਨੇ ਅਤੇ ਬਾਕੀ ਕਿਹੜੇ 4 ਅਲੱਗ ਨੇ। ਦੇਖੋ ਇਹਨਾਂ 'ਚੋਂ ਜਿਹੜੇ ਨਾਰਥ ਅਮਰੀਕਾ ਹੈ, ਅਫਰੀਕਾ ਅਤੇ ਆਸਟ੍ਰੇਲੀਆ, ਨਾਰਥ ਅਮਰੀਕਾ, ਅਫਰੀਕਾ ਅਤੇ ਆਸਟ੍ਰੇਲੀਆ, ਇਹ ਤਿੰਨੋਂ ਕੌਂਟੀਨੈਂਟ ਨੇ। ਠੀਕ ਹੈ, ਅਤੇ ਇੱਕ ਆਪਣਾ ਕਿਹੜਾ ਰਹਿ ਗਿਆ? ਅਰਜਨਟੀਨਾ। ਕੋਈ ਕੌਂਟੀਨੈਂਟ ਨਹੀਂ ਗਾ, ਇਸ ਕਰਕੇ ਆਉਂਦਾ ਆਨਸਰ ਕੀ ਆਏਗਾ? B ਆਪਸ਼ਨ। ਠੀਕ ਹੈ ਜੀ। ਅਗਲਾ, ਦ ਗ੍ਰੇਟੈਸਟ ਏਸ਼ੀਅਨ ਰਿਵਰ ਡਜ਼ ਨੋਟ ਰਨ ਥਰੂ, ਜਿਹੜੀ ਦੇਖੋ ਇੱਕ ਗ੍ਰੇਟੈਸਟ ਏਸ਼ੀਅਨ ਰਿਵਰ ਉਹਦਾ ਨਾਮ ਹੈ ਮੇਕੋਂਗ। ਉਹ ਕਿੱਥੋਂ ਪਾਸ ਨਹੀਂ ਕਰਦੀ? ਆਪਾਂ ਇਹ ਦੱਸਣਾ। ਠੀਕ ਹੈ, ਉਹ ਕਿੱਥੋਂ ਪਾਸ ਨਹੀਂ ਕਰਦੀ? ਉਹ ਮਲੇਸ਼ੀਆ ਤੋਂ ਪਾਸ ਨਹੀਂ ਕਰਦੀ, ਉਹ ਚਾਈਨਾ ਤੋਂ, ਕੰਬੋਡੀਆ ਤੋਂ, ਲਾਓਸ, ਤਿੰਨਾਂ ਤੋਂ ਪਾਸ ਕਰਦੀ। ਠੀਕ ਹੈ ਜੀ। ਦੇਖੋ ਅਗਰ ਇਹਦੀ ਐਸਟੀਮੇਟ ਲੈਂਥ ਪੁੱਛੀ ਜਾਵੇ ਨਾ ਤਾਂ ਇਹ ਹੈਗਾ 4900 ਕਿਲੋਮੀਟਰ। ਵੈਸੇ ਤਾਂ ਐਗਜ਼ੈਕਟ ਹੈ 4909 ਕਿਲੋਮੀਟਰ ਲੰਬੀ ਹੈ। ਠੀਕ ਹੈ, ਅਤੇ ਇਹ ਲਗਭਗ ਮਤਲਬ 475 ਕਿਲੋਮੀਟਰ ਕਿਊਬ ਪਾਣੀ ਬਾਹਰ ਕੱਢਦੀ ਹੈ। ਠੀਕ ਹੈ, ਤਾਂ ਇਹਦੀ ਲੈਂਥ ਬਹੁਤ ਵੱਡੀ ਹੈ, ਇਸ ਕਰਕੇ ਇਹ ਲੌਂਗੈਸਟ ਸਮਝ ਲਓ। ਓਨਲੀ ਲੌਂਗੈਸਟ ਤਾਂ ਨਹੀਂ ਕਹਿ ਸਕਦੇ। ਵਰਲਡ 'ਚ ਇਹਦਾ ਰੈਂਕ ਹੈ 12th, 12ਵੇਂ ਨੰਬਰ 'ਤੇ ਆਉਂਦੀ ਹੈ ਦੁਨੀਆ 'ਚ। ਅਤੇ ਅਗਰ ਪੁੱਛਿਆ ਜਾਵੇ ਏਸ਼ੀਆ 'ਤੇ ਤਾਂ 6ਵੇਂ ਨੰਬਰ 'ਤੇ ਲੌਂਗੈਸਟ ਹੈ। ਠੀਕ ਹੈ, ਦੁਨੀਆ 'ਚ 12ਵੇਂ ਨੰਬਰ 'ਤੇ ਲੌਂਗੈਸਟ ਲੰਬੀ ਹੈ, ਦੁਨੀਆ 'ਚ 12ਵਾਂ ਨੰਬਰ ਹੈ ਅਤੇ ਏਸ਼ੀਆ ਵਿੱਚ 6ਵਾਂ ਨੰਬਰ ਹੈ। ਠੀਕ ਹੈ, ਪਰ ਇਹ ਮਲੇਸ਼ੀਆ ਤੋਂ ਪਾਸ ਨਹੀਂ ਕਰਦੀ। ਠੀਕ ਹੈ ਜੀ। ਅਗਲਾ ਕੁਐਸਚਨ, which of the following may be used by the Reserve Bank of India as a tool to drainage out excess money from the system। ਦੇਖੋ ਕਿ ਅਗਰ ਮੰਨ ਲਓ ਬਹੁਤ ਜ਼ਿਆਦਾ ਪੈਸਾ ਆ ਜਾਏ ਮਾਰਕੀਟ 'ਚ, ਉਹਨੂੰ ਕੱਢਿਆ ਕਿਵੇਂ ਜਾ ਸਕਦਾ ਹੈ? ਤਾਂ ਇਹਦਾ ਆਨਸਰ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾਂ। ਇਹਦਾ ਆਨਸਰ ਹੈ both 1 and 2, ਇਨਕਰੀਜ਼ਿੰਗ ਕੈਸ਼ ਰਿਜ਼ਰਵ ਰੇਸ਼ੋ ਅਤੇ ਇਨਕਰੀਜ਼ਿੰਗ ਰਿਜ਼ਰਵ ਰੈਪੋ ਰੇਸ਼ੋ। ਦੇਖੋ ਕੈਸ਼ ਰਿਜ਼ਰਵ ਰੇਸ਼ੋ ਕੀ ਹੈ ਕਿ RBI ਬੈਂਕਾਂ ਨੂੰ ਕਹਿੰਦੀ ਹੈ ਕਿ ਤੁਸੀਂ ਆਪਦੇ ਕੋਲ ਪੈਸਾ ਥੋੜ੍ਹਾ ਜਮ੍ਹਾਂ ਕਰਕੇ ਰੱਖਣਾ ਹੈ। ਹੁਣ ਮੰਨ ਲਓ ਇੱਕ ਬੈਂਕ ਕੋਲ 100 ਕਰੋੜ ਰੁਪਇਆ ਹੈ, ਅਤੇ ਜੇ ਉਹਨਾਂ ਨੂੰ ਕਹਿਣ ਕਿ ਤੁਸੀਂ 40 ਕਰੋੜ ਤਾਂ ਦੇ ਨਹੀਂ ਸਕਦੇ, ਤੁਹਾਨੂੰ ਆਪਦੇ ਕੋਲ ਰੱਖਣਾ ਪਏਗਾ, ਸਿਰਫ 60 ਕਰੋੜ ਦੇ ਪਾਉਣਗੇ। ਜੇ 60 ਕਰੋੜ ਦੇਣਗੇ ਤਾਂ ਜਿਹੜਾ ਲੋਨ ਦਾ ਦਰ ਹੈ, ਲੋਨ ਦਾ ਇੰਟਰਸਟ ਹੈ ਵੱਧ ਜਾਏਗਾ, ਤਾਂ ਲੋਕ ਲੋਨ ਘੱਟ ਲੈਣਗੇ ਅਤੇ ਮਾਰਕੀਟ 'ਚ ਪੈਸਾ ਘੱਟ ਜਾਏਗਾ। ਠੀਕ ਹੈ, ਇਹਨੂੰ ਕਹਿੰਦੇ ਕੈਸ਼ ਰਿਜ਼ਰਵ ਰੇਸ਼ੋ, ਜਿਹੜਾ ਪੈਸਾ ਉਹਨਾਂ ਨੂੰ ਆਪਦੇ ਕੋਲ ਰੱਖਣਾ ਪੈਂਦਾ। ਆਈਓ ਮੰਨ ਲਓ ਅਗਰ RBI ਕਹਿੰਦੀ ਤੁਸੀਂ 100 ਕਰੋੜ ਤੋਂ ਸਿਰਫ 20 ਕਰੋੜ ਰੱਖੋ ਅਤੇ 80 ਕਰੋੜ ਲੋਕਾਂ ਨੂੰ ਵੰਡ ਦਿਓ। 80 ਕਰੋੜ ਅਗਰ ਮਾਰਕੀਟ 'ਚ ਆਏਗਾ ਤਾਂ ਪੈਸਾ ਜ਼ਿਆਦਾ ਆਏਗਾ ਨਾ, ਅਤੇ ਆਪਾਂ ਪੈਸਾ ਕੱਢਣਾ ਹੈ। ਇਸ ਕਰਕੇ RBI ਕਹਿੰਦੀ ਹੈ ਬੈਂਕਾਂ ਨੂੰ ਕਿ ਤੁਸੀਂ 100 ਕਰੋੜ ਦਾ 40 ਕਰੋੜ ਆਪਦੇ ਕੋਲ ਰੱਖੋ, ਸਿਰਫ 60 ਕਰੋੜ ਤੁਸੀਂ ਵੰਡ ਸਕਦੇ ਹੋ, 40 ਕਰੋੜ ਤੁਹਾਨੂੰ ਆਪਦੇ ਕੋਲ ਰੱਖਣਾ ਪਏਗਾ। ਠੀਕ ਹੈ, ਅਤੇ ਦੂਸਰਾ ਹੈ ਰਿਜ਼ਰਵ ਰੈਪੋ ਰੇਟ। ਹੁਣ ਰਿਜ਼ਰਵ ਰੈਪੋ ਰੇਟ ਕੀ ਹੈ, ਇਹਦੇ ਬਾਰੇ ਆਪਾਂ ਤੁਹਾਨੂੰ ਸਮਝਾਉਂਦੇ ਹਾਂ। ਰੈਪੋ ਰੇਟ ਕੀ ਹੈ ਕਿ ਸਾਰੇ ਬੈਂਕਾਂ ਨੂੰ ਕੁਛ ਨਾ ਕੁਛ ਪੈਸਾ RBI ਕੋਲ ਰੱਖਣਾ ਪੈਂਦਾ ਹੈ। ਜੇ RBI ਕੋ ਮੰਨ ਲਓ RBI ਕਹੇ ਸਾਨੂੰ ਜ਼ਿਆਦਾ ਪੈਸਾ ਦਿਓ, ਤਾਂ ਫਿਰ ਬੈਂਕ ਕੋਲ ਪੈਸਾ ਘੱਟ ਹੋ ਜਾਏਗਾ, ਤਾਂ ਬੈਂਕ ਫਿਰ ਲੋਕਾਂ ਨੂੰ ਵੀ ਘੱਟ ਦੇਣਗੇ, ਲੋਕਾਂ ਨੂੰ ਲੋਨ ਮਹਿੰਗਾ ਦੇਣਗੇ, ਜਿਸ ਕਰਕੇ ਕੀ ਹੋਏਗਾ ਮਾਰਕੀਟ 'ਚ ਪੈਸਾ ਘੱਟਦਾ ਜਾਏਗਾ। ਤਾਂ ਆਪਸ਼ਨ ਕੀ, ਇਹਦਾ ਆਨਸਰ ਕੀ ਆਏਗਾ? A and B। ਠੀਕ ਹੈ, ਸਮਝ ਆਇਆ ਸਾਰਿਆਂ ਨੂੰ?